ਜਦੋਂ ਗੁਰੂ ਸਾਹਿਬਾਂ ਨੇ ਸਾਨੂੰ ਬਰਾਬਰ ਦੱਸ ਦਿੱਤਾ ਕਿ ਸਾਰੇ ਸਿੱਖ ਮੇਰੇ ਇੱਕ ਬਰਾਬਰ ਨੇ, ਇੱਕ ਪੰਗਤ ਹੈ, ਇੱਕ ਸੰਗਤ ਹੈ ਮੇਰੀ, ਤੇ ਇਸ ਗੱਲ ਕਰਕੇ ਅਜੇ ਮੈਂ ਤਾਂ ਇਹ ਵੀ ਕਹਿੰਦਾ ਕਿ ਉਹਨਾਂ ਨੂੰ ਡੂਮ ਲਿਖਣਾ, ਮਰਾਸੀ ਲਿਖਣਾ ਇਹ ਵੀ ਸ਼ੋਭਾ ਨਹੀਂ ਦਿੰਦਾ ਸਾਨੂੰ। ਗੁਰੂ ਨਾਨਕ ਦੀ ਸੰਗਤ ਦੇ ਵਿੱਚ ਜਿਹੜਾ ਬੰਦਾ ਰਹਿ ਰਿਹਾ, ਰਬਾਬ ਤੇ ਸੰਗਤ ਕਰ ਰਿਹਾ ਹੈ, ਉਹ ਕਿੱਡੀ ਮਤਲਬ ਮਹਾਨ ਹਸਤੀ ਹੋਏਗਾ, ਮਹਾਨ ਹਸਤੀ ਹੋਊਗੀ, ਕਿੱਡੀ ਵੱਡੀ ਸ਼ਖਸੀਅਤ ਹੋਊਗੀ। ਉਹ ਸਵਈਏ ਜਿਹੜੇ ਆ ਉਹ ਵੀ ਗੁਰੂ ਸਾਹਿਬ ਦੀ ਉਸਤਤ ਹੈ, ਤੇ ਜਿਹੜੀ ਇਹਨਾਂ ਦੀ ਵਾਰ ਇਹ ਵੀ ਉਸਤਤ ਹੈ। ਇਹ ਇੱਕੋ ਹੀ ਚੀਜ਼ ਨੂੰ ਕਹਿੰਦੇ ਆ ਜਾਂ ਅਲੱਗ-ਅਲੱਗ ਚੀਜ਼ਾਂ ਨੇ? ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਹਫਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਮੇਰੇ ਨਾਲ ਸਟੂਡੀਓ 'ਚ ਸਾਡੇ ਸਿੱਖ ਸਕਾਲਰ ਡਾਕਟਰ ਗੁਰਨਾਮ ਕੌਰ ਹਾਜ਼ਰ ਨੇ। ਅਸੀਂ ਲੜੀਵਾਰ ਗੱਲਬਾਤ ਸ਼ੁਰੂ ਕੀਤੀ ਹੋਈ ਆ ਭਗਤ ਜਨਾਂ ਦੀ ਬਾਣੀ ਦੇ ਉੱਤੇ, ਜਿਹੜੇ ਭਗਤਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਬਾਣੀ ਦਰਜ ਕਰਵਾਈ ਜਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਯੋਗ ਸਮਝਿਆ ਕਿ ਉਹਨਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂਆਂ ਦੇ ਤੁਲ ਸਮਾਨ ਦੇ ਕੇ ਸ਼ਾਮਲ ਕੀਤਾ ਜਾਵੇ। ਉਹਨਾਂ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਬਾਣੀ ਬਾਰੇ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਅੱਜ ਵਾਰੀ ਹੈ ਜੀ, ਬਹੁਤ ਚਰਚਾ 'ਚ ਰਹਿੰਦੇ ਨੇ ਸੱਤਾ ਤੇ ਬਲਵੰਡ। ਸੱਤਾ ਤੇ ਬਲਵੰਡ ਗੁਰੂ ਘਰ ਦੇ ਰਬਾਬੀ ਕਹਿ ਜਾਂਦੇ ਆ, ਤੇ ਉਹਨਾਂ ਦੀ ਇੱਕ ਵਾਰ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਜਿਹਦੇ ਵਿੱਚ ਗੁਰੂ ਘਰ ਦੀ ਸਿੱਖੀ ਮਰਿਆਦਾ ਦੀ ਕਾਫੀ ਸਾਰੀ ਗੱਲ ਕੀਤੀ ਗਈ ਹੈ। ਉਹ ਸਾਰੀਆਂ ਚੀਜ਼ਾਂ ਅਸੀਂ ਡਾਕਟਰ ਸਾਹਿਬ ਕੋਲ ਜਾਣਨ ਦਾ ਯਤਨ ਕਰਾਂਗੇ। ਸੋ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ, ਤੇ ਨਾਲ ਦੀ ਨਾਲ ਡਾਕਟਰ ਸਾਹਿਬ ਤੁਹਾਨੂੰ ਜੀ ਕਿੰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਸੱਤਾ ਤੇ ਬਲਵੰਡ ਬਾਰੇ, ਵੈਸੇ ਤਾਂ ਮੈਂ ਜਦੋਂ ਤਿਆਰੀ ਕਰਦਾ ਪ੍ਰੋਗਰਾਮ ਦੀ ਮੈਨੂੰ ਬਹੁਤ ਨਵੀਆਂ ਚੀਜ਼ਾਂ ਪਤਾ ਲੱਗਦੀਆਂ, ਔਰ ਬੜੇ ਭਰਮ ਭੁਲੇਖੇ ਸਾਡੇ ਵਿਦਵਾਨਾਂ ਨੇ ਜਿਸ ਤਰੀਕੇ ਦੀਆਂ, ਜਿਹੜੇ ਆਪਣੇ ਆਪ ਨੂੰ ਬਹੁਤ ਸਿਆਣੇ ਸਮਝਦੇ, ਮੈਨੂੰ ਲੱਗਦਾ ਉਹ ਵੱਡੇ ਗਿਆਨੀ ਨੇ, ਕਿ ਜਿਹੜੇ ਲੋਕਾਂ ਨੂੰ ਗੁਰੂ ਸਾਹਿਬ ਨੇ ਉਹਨਾਂ ਨੂੰ ਇਸ ਯੋਗ ਸਮਝਿਆ ਕਿ ਸਿੱਖ ਧਰਮ ਦਾ ਗ੍ਰੰਥ ਤਿਆਰ ਹੋ ਰਿਹਾ ਹੈ, ਕਿੱਡਾ ਪਵਿੱਤਰ ਗ੍ਰੰਥ, ਉਹਦੇ ਵਿੱਚ ਉਹਨਾਂ ਲੋਕਾਂ ਨੂੰ ਜਗ੍ਹਾ ਦਿੱਤੀ ਜਾਵੇ। ਤੇ ਜੇ ਅਸੀਂ ਉਹਨਾਂ ਲੋਕਾਂ ਨੂੰ ਕ੍ਰਿਟਿਸਾਈਜ਼ ਕਰਦੇ ਹਾਂ ਨਾ, ਤੇ ਫਿਰ ਇੱਦਾਂ ਲੱਗਦਾ ਕਿ ਜਿੱਦਾਂ ਅਸੀਂ ਗੁਰੂ ਸਾਹਿਬ ਨੂੰ ਕ੍ਰਿਟਿਸਾਈਜ਼ ਕਰ ਰਹੇ ਹਾਂ। ਮੈਨੂੰ ਕਈ ਵਾਰ ਇੱਦਾਂ ਲੱਗਦਾ ਹੁੰਦਾ। ਤੇ ਬਹੁਤ ਸਾਰੇ ਵਿਦਵਾਨ ਸਾਡੇ ਐਸੇ ਆ ਕਿ ਜਿੰਨੇ ਭਾਵੇਂ ਕਿਸੇ ਦਾ ਜ਼ਿਕਰ ਕਰ ਲਈਏ ਆਪਣੇ ਭਗਤ ਜਨ ਦਾ, ਉਹਦੇ 'ਚ ਕੋਈ ਨਾ ਕੋਈ ਨੁਕਸ ਕੱਢ ਕੇ ਜੀ ਇਹ ਫਲਾਣੀ ਵਿਚਾਰਧਾਰਾ ਦੇ, ਫਲਾਣੀ ਟਮਕਾਣੀ। ਤੇ ਇਸੇ ਤਰ੍ਹਾਂ ਹੀ ਜਦੋਂ ਗੁਰੂ ਸਾਹਿਬਾਂ ਨੇ ਸਾਨੂੰ ਬਰਾਬਰ ਦੱਸ ਦਿੱਤਾ ਕਿ ਸਾਰੇ ਸਿੱਖ ਮੇਰੇ ਇੱਕ ਬਰਾਬਰ ਨੇ, ਇੱਕ ਪੰਗਤ ਹੈ, ਇੱਕ ਸੰਗਤ ਹੈ ਮੇਰੀ, ਤੇ ਇਸ ਗੱਲ ਕਰਕੇ ਅਜੇ ਮੈਂ ਤਾਂ ਇਹ ਵੀ ਕਹਿੰਦਾ ਕਿ ਉਹਨਾਂ ਨੂੰ ਡੂਮ ਲਿਖਣਾ, ਮਰਾਸੀ ਲਿਖਣਾ ਇਹ ਵੀ ਸ਼ੋਭਾ ਨਹੀਂ ਦਿੰਦਾ ਸਾਨੂੰ। ਪੰਜਾਂ ਪਿਆਰਿਆਂ ਬਾਰੇ ਵੀ ਜਦੋਂ ਜ਼ਿਕਰ ਕਰਦੇ ਆ ਨਾ ਸਾਡੇ ਰਾਗੀ ਤੇ ਢਾਡੀ, ਉਹਨਾਂ ਦੀਆਂ ਜਾਤਾਂ ਕੱਢ ਕੇ ਆ ਜਾਂਦੇ ਆ। ਸਮਝ ਨਹੀਂ ਆਉਂਦੀ ਵੀ ਇਹ ਗੁਰਬਾਣੀ ਜਾਂ ਗੁਰ ਫਲਸਫੀ ਦਾ ਵਿਖਿਆਨ ਕਰ ਰਹੇ ਹੁੰਦੇ ਆ ਜਾਂ ਆਪਣੀ ਪੜਾਸ ਕੱਢ ਰਹੇ ਹੁੰਦੇ ਆ। ਇਸੇ ਤਰ੍ਹਾਂ ਹੀ ਮੈਂ ਅੱਜ ਵੇਖਿਆ ਬਹੁਤ ਸਾਰੀਆਂ ਊਟ ਪਟਾਂਗ ਗੱਲਾਂ ਤੁਹਾਡੇ ਨਾਲ ਅੱਗੇ ਚੱਲ ਕੇ ਕਰਾਂਗੇ। ਤੁਸੀਂ ਬੇਸਿਕ ਥੋੜਾ ਜਿਹਾ ਸਾਨੂੰ ਸਮਝਾਓ ਕਿ ਸੱਤੇ ਤੇ ਬਲਵੰਡ ਦਾ ਗੁਰੂ ਘਰ 'ਚ ਕੀ ਸਥਾਨ ਸੀਗਾ, ਉਹਨਾਂ ਦੀ ਰਚਨਾ ਬਾਰੇ ਵੀ ਗੱਲ ਅੱਗੇ ਚੱਲ ਕੇ ਕਰਾਂਗੇ, ਉਹਨਾਂ ਦੇ ਜੀਵਨ ਬਾਰੇ ਜੇ ਕੋਈ ਥੋੜਾ ਬਹੁਤ ਪਤਾ ਹੈ, ਤੇ ਕਦੋਂ ਤੋਂ ਕਦੋਂ ਤੱਕ ਗੁਰੂ ਘਰ ਦੇ ਨਾਲ ਰਹੇ। ਹਾਂਜੀ, ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਉਹਦੇ ਮੈਂ ਰੈਫਰੈਂਸ ਵਿੱਚ ਹੀ ਕਹਿਣੀ ਹੈ ਕਿ ਹੁਣ ਜਿਵੇਂ ਭਾਈ ਮਰਦਾਨਾ ਨੇ, ਹਾਂਜੀ, ਗੁਰੂ ਸਾਹਿਬ ਦੇ ਨਾਲ ਉਹਦਾ ਕਿੰਨਾ ਪਿਆਰ, ਕਿ ਗੁਰੂ ਨਾਨਕ ਨੇ ਜਿੰਨਾ ਆਪਣਾ ਮਤਲਬ ਜਦੋਂ ਤੋਂ ਉਹਨਾਂ ਨਾਲ ਸਾਥ ਬਣਿਆ, ਉਹਨਾਂ ਨੂੰ ਥਰੂ ਆਊਟ ਆਪਣੇ ਨਾਲ ਰੱਖਿਆ ਹੈ। ਹਾਂਜੀ, ਜੀਵਨ ਭਰ ਜਦੋਂ ਬਾਣੀ ਵੀ ਆਉਂਦੀ ਸੀ ਉਦੋਂ ਵੀ ਕਹਿੰਦੇ ਸੀ ਵੀ ਮਰਦਾਨਿਆ ਰਬਾਬ ਵਜਾ ਬਾਣੀ ਆਈ ਹੂ। ਤੇ ਉਹਨੂੰ ਮਤਲਬ ਜੇ ਤੁਸੀਂ ਆਪਣੇ ਸਾਡੇ ਰਾਗੀਆਂ ਢਾਡੀਆਂ ਸੁਣ ਲਓ, ਕਵੀਸ਼ਰਾਂ ਸੁਣ ਲਓ, ਉਹ ਹਮੇਸ਼ਾ ਹੀ ਦੱਸਦੇ ਰਹਿਣਗੇ ਵੀ ਜਿਵੇਂ ਮਰਦਾਨੇ ਨੂੰ ਸਦਾ ਭੁੱਖ ਹੀ ਲੱਗੀ ਰਹਿੰਦੀ ਸੀ। ਗੁਰੂ ਨਾਨਕ ਦੀ ਸੰਗਤ ਦੇ ਵਿੱਚ ਜਿਹੜਾ ਬੰਦਾ ਰਹਿ ਰਿਹਾ, ਰਬਾਬ ਤੇ ਸੰਗਤ ਕਰ ਰਿਹਾ, ਉਹ ਕਿੱਡੀ ਮਤਲਬ ਮਹਾਨ ਹਸਤੀ ਹੋਊਗੀ, ਕਿੱਡੀ ਵੱਡੀ ਸ਼ਖਸੀਅਤ ਹੋਊਗੀ। ਅਸੀਂ ਸਿਰਫ ਉਹਨੂੰ ਇਹ ਦਿਸਣ ਲਈ ਕਦੇ ਉਹਨੂੰ ਅਸੀਂ ਮਰਦਾਨਾ ਮਰਾਸੀ ਦੇ ਕਰਕੇ ਲਿਖਾਂਗੇ, ਕਦੇ ਕਿਵੇਂ ਕਦੇ ਕਿਵੇਂ। ਦੇਖੋ ਜੀ, ਅਸੀਂ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ, ਤੇ ਅਸੀਂ ਗੁਰੂ ਘਰਾਂ 'ਚ ਜਾ ਕੇ ਅਰਦਾਸਾਂ ਕਰਦੇ ਆ ਵੀ ਗੁਰੂ ਸਾਹਿਬ ਸਾਨੂੰ ਦਰਸ਼ਨ ਦਿਓ ਜਾਂ ਕਰੋ, ਤਾਂ ਉਹਨਾਂ ਨੂੰ ਸਾਰੀ ਉਮਰ ਸਾਥ ਮਿਲਿਆ, ਸਾਰੀ ਉਮਰ ਸਾਥ ਮਿਲਿਆ। ਤੇ ਦੇਖੋ ਗੁਰੂ ਨਾਨਕ ਸਾਹਿਬ ਦੀ ਗੋਦ ਦੇ ਵਿੱਚ ਉਹਨੇ ਆਪਣੇ ਮਤਲਬ ਪ੍ਰਾਣ ਤਿਆਗੇ। ਤੇ ਜਦੋਂ ਉਹਨਾਂ ਦੇ ਪੁੱਤਰ ਨੂੰ ਪੁੱਛਿਆ ਵੀ ਆ ਕੇ, ਉਹਨੇ ਵੀ ਇਹੀ ਕਿਹਾ ਵੀ ਤੁਸੀਂ ਮਤਲਬ ਜਿਵੇਂ ਉਹਨਾਂ ਨੂੰ ਆਪਣੀ ਸੇਵਾ ਦੇ ਵਿੱਚ ਲਾਇਆ ਹੋਇਆ ਸੀ, ਮੈਨੂੰ ਵੀ ਉਸੇ ਕਿਸਮ ਦੀ ਸੇਵਾ ਬਖਸ਼ਿਸ਼ ਕਰੋ, ਹੈ ਨਾ, ਵੀ ਇਹ ਕਿੱਡੀ ਵੱਡੀ ਬਖਸ਼ਿਸ਼ ਸੀਗੀ। ਤੇ ਅਸੀਂ ਹੁਣ ਭਾਈ ਗੁਰਦਾਸ ਨੇ ਕਿੰਨੀ ਰਿਸਪੈਕਟਫੁਲੀ ਭਾਈ ਮਰਦਾਨੇ ਦੀ
ਗੱਲ ਕੀਤੀ ਹੋਈ ਹੈ ਕਿ ਇੱਕ ਤਾਂ ਬਾਬਾ ਜਿਹੜਾ ਉਹ ਅਕਾਲ ਰੂਪ ਹੈ ਤੇ ਦੂਸਰਾ ਰਬਾਬੀ ਮਰਦਾਨਾ ਉਹਨਾਂ ਦੇ ਨਾਲ ਹੈ ਨਾ। ਤੇ ਪਤਾ ਨਹੀਂ ਉਹ ਸਾਡੇ ਦਿਮਾਗ ਨੇ ਜਿਹੜੇ ਉਹ ਬਹੁਤ ਛੋਟੇ ਨੇ, ਮੈਂ ਤਾਂ ਕਹੂੰਗੀ। ਮੈਨੂੰ ਲੱਗਦਾ ਵਿਦਵਤਾ ਦਿਖਾਉਣ ਦੇ ਚੱਕਰ 'ਚ ਵੱਧ ਚੜ ਕੇ ਰੈਫਰੈਂਸ ਇਕੱਠੇ ਕਰਕੇ ਇਦਾਂ ਦੀਆਂ ਗੱਲਾਂ ਜਿਹੜੀਆਂ ਉਹ ਜੋੜਦੀਆਂ ਜਾਂਦੀਆਂ। ਬਲਵੰਡ ਤੇ ਸਤਾ ਜਿਹੜੇ ਹੈਗੇ ਨੇ ਇਹ ਵੀ ਰਾਗ ਰਾਮਕਲੀ ਦੇ ਵਿੱਚ 966 ਪੰਨੇ ਦੇ ਉੱਤੇ ਇਹਨਾਂ ਦੀ ਵਾਰ ਹੈ ਜਿਹੜੀ ਦਰਜ ਹੈ, ਤੇ ਇਹ ਭਗਤ ਬਾਣੀ ਤੋਂ ਪਹਿਲਾਂ ਉਹਨਾਂ ਦੀ ਵਾਰ ਦਰਜ ਕੀਤੀ ਹੋਈ ਹੈ ਇਹ। ਅੱਛਾ ਜੀ, ਹਾਂਜੀ, ਗੁਰੂ ਸਾਹਿਬਾਨ। ਡਾਕਟਰ ਸਾਹਿਬ ਮੈਨੂੰ ਥੋੜਾ ਜਿਹਾ ਦੱਸੋ ਕਿ ਇਹ ਦੋਨਾਂ ਦਾ ਆਪਸ ਕੀ ਰਿਸ਼ਤਾ ਸੀ? ਇਹ ਦੋਨੇ ਭਰਾ ਸੀ? ਕੁਝ ਮੈਂ ਵੇਖਿਆ ਕੁਝ ਲੋਕ ਕਹਿ ਰਹੇ ਆ ਉਹ ਸਕੇ ਭਰਾ ਸੀ, ਕੁਝ ਲੋਕ ਕਹਿ ਰਹੇ ਅਲੱਗ-ਅਲੱਗ ਜਗ੍ਹਾ ਤੇ ਸੀ, ਕੁਝ ਲੋਕ ਕਹਿੰਦੇ ਇੱਕ ਖਡੂਰ ਰਹਿੰਦਾ ਸੀ, ਕੋਈ ਦੂਜਾ ਹੋਰ ਜਗ੍ਹਾ ਰਹਿੰਦਾ, ਇਸ ਤਰ੍ਹਾਂ ਦੀ। ਇਹਦੇ ਬਾਰੇ ਵੀ ਆਪਣਾ ਮਹਾਨ ਕੋਸ਼ ਦੇ ਵਿੱਚ ਨਾ ਮੈਂ ਦੇਖ ਰਹੀ ਸੀਗੀ, ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਕਿ ਸੂਰਜ ਪ੍ਰਕਾਸ਼ ਜਿਹੜਾ ਹੈਗਾ ਗ੍ਰੰਥ ਉਹਦੇ ਵਿੱਚ ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਕਿ ਉਹ ਗੁਰੂ ਘਰ ਦੇ ਕੀਰਤਨੀਏ ਸੀਗੇ। ਕੀਰਤਨੀਏ ਵੀ ਉਹ ਸੀ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਵੇਲੇ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਉਹ ਗੁਰੂ ਘਰ ਦੇ ਵਿੱਚ ਕੀਰਤਨ ਕਰਦੇ ਸੀ, ਹੈ ਨਾ। ਤੇ ਉਹ ਕਹਿੰਦੇ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਵੀ ਪੁਰਸ਼ ਵਿਦਵਾਨਾਂ ਨੇ ਇਹ ਮੰਨਣਾ ਕਿ ਉਹ ਭਾਈ ਮਰਦਾਨੇ ਦੇ ਵੰਸ਼ਜ ਸੀਗੇ, ਉਹਨਾਂ ਦੇ ਖਾਨਦਾਨ ਦੇ ਵਿੱਚੋਂ ਹੀ ਸੀਗੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹੁਣ ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਦਾ ਵੱਡੇ ਵਿਦਵਾਨ ਆਪਾਂ ਉਹਨਾਂ ਨੂੰ ਮੰਨਦੇ ਹਾਂ, ਹੈ ਨਾ। ਉਹ ਕਹਿੰਦੇ ਆ ਵੀ ਬਲਵੰਡ ਸ੍ਰੀ ਗੁਰੂ ਅੰਗਦ ਦੇਵ ਸਾਹਿਬ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਦੇ ਰਬਾਬੀ ਸੀਗੇ, ਹੈ ਨਾ, ਜਿਹੜਾ ਸਤੇ ਨਾਲ ਮਿਲ ਕੇ ਕੀਰਤਨ ਕਰਦਾ ਸੀ। ਉਹ ਕਹਿੰਦੇ ਭਾਈ ਸੰਤੋਖ ਸਿੰਘ ਨੇ, ਹੈ ਨਾ, ਸੂਰਜ ਪ੍ਰਕਾਸ਼ ਦੇ ਕਰਤਾ ਨੇ ਜਿਹੜੇ, ਉਹਨਾਂ ਨੇ ਇਹਨਾਂ ਨੂੰ ਲਿਖਿਆ ਕਿ ਇਹ ਅਨੁਜ ਸੀ ਉਹਦਾ, ਬਲਵੰਡ ਦਾ ਸਤਾ ਕੀ ਸੀ? ਅਨੁਜ ਕਹਿੰਦੇ ਨੇ ਭਰਾ ਨੂੰ ਸੰਸਕ੍ਰਿਤ। ਅੱਛਾ, ਅਨੁਜ ਸੀਗੇ। ਕਿਉਂਕਿ ਇਹ ਜਿਹੜੇ ਆਪਣੇ ਹੈਗੇ ਭਾਈ ਸੰਤੋਖ ਸਿੰਘ ਹੋਣੀ ਨੇ ਉਹ ਵੀ ਉਹ ਵਿਦਾਂਤਕ ਪਰੰਪਰਾ ਚੋਂ ਆਏ ਹੋਏ ਨੇ ਨਾ। ਉਹ ਅਨੁਜ ਲਿਖਦਾ, ਉਹਨਾਂ ਸ਼ਬਦਾਵਲੀ ਉਹਨਾਂ ਦੀ। ਹਾਂ, ਉਹ ਲਿਖਦਾ ਵੀ ਜਥਾ ਹੁਤੋ ਡੂਮ ਬਲਵੰਡ ਮਹਾਨਾ ਸਤਾ ਤਿਸ ਕੋ ਅਨੁਜ ਸਜਾਨਾ। ਉਹ ਕਹਿੰਦੇ ਪਰ ਕਈ ਹੋਰ ਰਾਈਟਰ ਵੀ ਨੇ ਜਾਂ ਉਹ ਹੈਗੇ ਨੇ, ਜਿਵੇਂ ਬਾਬਾ ਕਿਰਪਾਲ ਸਿੰਘ ਭੱਲਾ ਹੈ, ਉਹਨੇ ਮਹਿਮਾ ਪ੍ਰਕਾਸ਼ ਦੇ ਵਿੱਚ ਲਿਖਿਆ ਕਿ ਇਹ ਕੀ ਕਹਿੰਦੇ ਹੁੰਦੇ ਨੇ ਵੀ ਨਹੀਂ, ਸਤਾ ਜਿਹੜਾ ਉਹ ਬਲਵੰਡ ਦਾ ਪੁੱਤਰ ਸੀ। ਮਤਲਬ ਇਹ ਤੋਂ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਬਲਵੰਡ ਸੀਨੀਅਰ ਸੀ ਤੇ ਸਤਾ ਛੋਟੀ ਉਮਰ ਦਾ ਸੀ ਉਹਨਾਂ ਨਾਲੋਂ। ਤੇ ਹੋ ਸਕਦਾ ਭਰਾ ਹੋਣ ਜਾਂ ਪਿਓ ਪੁੱਤਰ ਹੋਣ, ਇੱਕੋ ਖਾਨਦਾਨ ਦੇ ਵਿੱਚੋਂ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ। ਬਾਕੀ ਜਿਹੜੀ ਵਾਰ ਗਾਉਣ ਦੀ ਵਿਧਾ ਇਹ ਆਪਾਂ ਜਾਣਦੇ ਹਾਂ ਕਿ ਕਿਸੇ ਵੀ ਬਹਾਦਰ ਦੀ ਜਿਹੜੀ ਹੈਗਾ ਜੀਵਨ ਹੈ ਉਹਦੇ ਵਿੱਚ ਕੋਈ ਕਾਰਨਾਮਾ। ਡਾਕਟਰ ਸਾਹਿਬ ਇਹ ਗੁਰੂ ਘਰ ਚ ਕੀਰਤਨ ਕਰਦੇ ਸੀ ਜਾਂ ਮਿਊਜ਼ਿਕ ਜਿਹੜਾ ਰਬਾਬ ਮੈਂ ਕਿਤੇ ਪੜ੍ਹਿਆ ਸੀ ਵਜਾਉਂਦੇ ਸੀ, ਕੀਰਤਨ ਵੀ ਖੁਦ ਕਰਦੇ ਸੀ। ਗੁਰੂ ਘਰ ਦੇ ਕੀਰਤਨੀਏ ਨੇ ਬੇਸਿਕਲੀ। ਕੀਰਤਨੀਏ ਨੇ, ਆਪਾਂ ਸੁਣਦੇ ਰਹੇ ਹਾਂ। ਮੈਂ ਸੋਚਦਾ ਸੀ ਕਿ ਕੋਈ ਵੀ ਕੀਰਤਨ ਕਰਦਾ ਹੋਵੇ ਦਰਬਾਰ ਦੇ ਵਿੱਚ ਤੇ ਨਾਲ ਉਹਨਾਂ ਦੇ ਰਬਾਬ ਵਜਾਉਂਦੇ ਹੋਣਗੇ। ਹੁਣ ਆਪਣਾ ਕੀ ਕਹਿੰਦੇ ਹੁੰਦੇ ਨੇ ਭਾਈ ਮਰਦਾਨੇ ਦੇ ਆਪਾਂ ਖਾਨਦਾਨ ਦਾ ਸੁਣਦੇ ਰਹੇ ਕਿ 1947 ਤੱਕ ਉਹ ਦਰਬਾਰ ਸਾਹਿਬ ਲਾਲ ਜੀ ਵਗੈਰਾ ਅਜੇ ਤੱਕ ਨਾਮ ਦੇ ਸੁਣੇ ਕਰਦੇ ਰਹੇ ਨੇ। ਉਸ ਤੋਂ ਬਾਅਦ ਹੀ ਮਤਲਬ ਬੰਦ ਕੀਤਾ ਉਹਨਾਂ ਦਾ ਕੀ। ਡੇਰਾ ਸਾਹਿਬ ਵਗੈਰਾ ਪਾਕਿਸਤਾਨ ਚ ਅਜੇ ਵੀ ਹਾਲੇ ਵੀ ਕਰਦੇ ਨੇ। ਤੇ ਖੈਰ ਉੱਥੇ ਕਰਤਾਰਪੁਰ ਸਾਹਿਬ ਵੀ ਆਪਣਾ ਮਤਲਬ ਪਰੰਪਰਾ ਜਿਹੜੀ ਹੈਗੀ ਉਹ ਚੱਲ ਰਹੀ ਹੈ ਕੋਈ ਇਸ ਕਿਸਮ ਦੀ। ਅਸੀਂ ਹੀ ਜ਼ਿਆਦਾ ਕਟੜ ਹੋ ਗਏ ਜਾਂ ਕਹਿ ਲਓ ਅਸੀਂ ਨੈਰੋ ਮਾਈਂਡਡ ਹੋ ਗਏ ਹੋਏ ਆ। ਅਸੀਂ ਤੇ ਕੀ ਹੋ ਗਏ ਜੀ, ਸਿੱਖ ਆਵਾਮ ਤੇ ਨਹੀਂ ਹੋਇਆ, ਸਾਡੇ ਲੀਡਰਾਂ ਦੇ ਸੌੜੇ। ਅਸਲ 'ਚ ਇਹ ਹੈ ਵੀ ਆਮ ਸਿੱਖ ਦੀ ਸੁਣੀ ਵੀ ਕਿੰਨੀ ਕੁ ਜਾਂਦੀ ਹੈ, ਕਿੰਨੀ ਕੁ ਸੁਣੀ ਜਾਂਦੀ ਹੈ। ਤੇ ਵਾਰ ਹੈ ਜਿਹੜੀ ਉਹ ਕੋਈ ਇੱਕ ਜਿਹੜਾ ਬਹਾਦਰੀ ਦਾ ਕਾਰਨਾਮਾ ਹੁੰਦਾ ਉਹਨੂੰ ਲੈ ਕੇ ਮਤਲਬ ਗਾਈ ਜਾਂਦੀ ਹੈ ਨਾ। ਇਹ ਗੁਰੂ ਨਾਨਕ ਸਾਹਿਬ ਨੇ ਵੀ 3 ਵਾਰਾਂ ਰਚੀਆਂ ਨੇ, ਹੋਰ ਵੀ ਗੁਰੂ ਸਾਹਿਬਾਨ ਨੇ ਵਾਰਾਂ ਰਚੀਆਂ ਨੇ। ਉਹਦੇ ਵਿੱਚ ਜਾਣੀ ਪਰਮਾਤਮਾ ਨੂੰ ਕਹਿ ਲਓ ਜਾਂ ਰੱਬ ਨੂੰ ਕਹਿ ਲਓ ਵੀ ਉਹਨੂੰ ਇੱਕ ਮੰਨ ਕੇ ਮੇਨ ਕਰੈਕਟਰ, ਫਿਰ ਮਨੁੱਖ ਦੀ ਜ਼ਿੰਦਗੀ ਜੋ ਉਹਦੇ ਨਾਲ ਜੁੜੀ ਹੋਈ ਹੈ ਉਹ ਉਸ ਵੇ ਦੇ ਵਿੱਚ ਉਹ ਕੀਤਾ। ਇਸੇ ਤਰ੍ਹਾਂ ਸਤੇ ਤੇ ਬਲਵੰਡ ਨੇ ਜਿਹੜੀ ਹੈਗੀ ਹੈ ਇਹ ਵਾਰ ਹੈ ਜਿਹੜੀ ਬਹੁਤ ਮਹੱਤਵਪੂਰਨ ਹੈ। ਅੱਛਾ ਜੀ। ਇਹ ਮਹੱਤਵਪੂਰਨ ਇਸ ਕਰਕੇ ਹੈ ਕਿ ਜੋ ਤੋਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟਿਆ ਦਾ ਜਿਹੜਾ ਸਿਧਾਂਤ ਹੈਗਾ ਕਿ ਉਹ ਸੇਮ ਮਤਲਬ ਉਹੀ ਜੋਤ ਹੈ, ਰੱਬੀ ਜੋਤ ਹੈ, ਦੇਵੀ ਜੋਤ ਹੈ, ਤੇ ਉਹੀ ਗੁਰੂ ਜੁਗਤ ਵੀ ਉਹੀ ਹੈ, ਗੁਰੂ ਜੋਤ ਵੀ ਉਹੀ ਹੈ। ਸਿਰਫ ਸਰੀਰ ਹੈ ਜਿਹੜਾ ਉਹ ਵਟਾਇਆ ਜਾਂਦਾ ਹੈ ਨਾ। ਇਹ ਕਿੱਡਾ ਵੱਡਾ ਸਿਧਾਂਤੀਕਰਨ ਹੈ ਇਹ। ਤੇ ਇਸੇ ਨੂੰ ਹੀ ਮੈਂ ਤਾਂ ਪੜ੍ਹ ਰਹੀ ਸੀ ਪ੍ਰੋਫੈਸਰ ਸਾਹਿਬ ਸਿੰਘ ਦਾ ਵੀ ਇਸੇ ਆਧਾਰ ਤੇ ਭਾਈ ਗੁਰਦਾਸ ਨੇ ਵੀ ਲਿਖਿਆ ਹੋਇਆ ਕਿ ਗੁਰੂ ਨਾਨਕ ਹੈ ਜਿਹੜਾ ਉਹ ਆਪਣਾ ਗੁਰੂ ਅਮਰਦਾਸ ਦਾ ਦਾਦਾ
ਤੇ ਗੁਰੂ ਅੰਗਦ ਦੇਵ ਪਿਤਾ ਨੇ, ਕਿਉਂਕਿ ਵਿਰਾਸਤ ਹੈ ਜਿਹੜੀ ਉਹ ਇੱਕ ਗੁਰੂ ਤੋਂ ਦੂਜੇ ਗੁਰੂ ਤੱਕ ਚੱਲਦੀ ਹੈ। ਇਹ ਨਹੀਂ ਹੈ ਵੀ ਖਾਨਦਾਨ ਚ ਬਾਇਓਲੋਜੀਕਲ ਨਹੀਂ ਗੀ, ਅਸਲ ਚ ਵਿਚਾਰਧਾਰਾ ਦੀ ਆ। ਹਾਂ, ਵਿਚਾਰਧਾਰਾ ਦੀ ਹੈਗੀ ਹੈ ਜਿਹੜੀ ਵਿਰਾਸਤ ਹੈਗੀ ਹੈ। ਸੋ ਇਸ ਵਿਊ ਪੁਆਇੰਟ ਤੋਂ ਇਹ ਜਿਹੜੀ ਵਾਰ ਹੈ ਇਹਨਾਂ ਦੀ ਨਾ, ਇਹ ਬਹੁਤ ਹੈਗੀ ਹੈ, ਮਹੱਤਵਪੂਰਨ ਹੈ। ਹਾਂ, ਮਹੱਤਵਪੂਰਨ ਹੈ। ਦੂਜੀ ਗੱਲ ਜਿਹੜੀ ਕਰਦੇ ਆ ਆਪਣਾ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਇਸ ਗੱਲ ਤੇ ਡਿਸਕਸ ਕੀਤਾ ਵੀ ਇੱਕ ਲਿਖਤ ਨੂੰ ਦੋ ਬੰਦੇ ਕਿਸ ਤਰ੍ਹਾਂ ਲਿਖਣਗੇ, ਹੈ ਨਾ, ਸਾਂਝਾ ਨਹੀਂ ਲਿਖਿਆ ਜਾਂਦਾ, ਹਰ ਇੱਕ ਦੀ ਆਪਣੀ ਆਪਣੀ ਹੁੰਦੀ ਹੈ। ਪਰ ਜਿਵੇਂ ਉਹਦੇ ਵਿੱਚ ਨਾਂ ਦਿੱਤਾ ਹੋਇਆ, ਉਸ ਤੋਂ ਪਤਾ ਲੱਗਦਾ ਕਿ ਜਿਹੜੀਆਂ ਪਹਿਲੀਆਂ 3 ਪੌੜੀਆਂ ਨੇ ਉਹ ਬਲਵੰਡ ਨੇ ਰਚੀਆਂ ਹੋਈਆਂ ਨੇ, ਤੇ ਜਿਹੜੀਆਂ ਅਗਲੀਆਂ 5 ਨੇ, 8 ਪੌੜੀਆਂ ਨੇ ਕੁੱਲ ਇਸ ਵਾਰ ਦੇ ਵਿੱਚ, ਉਹ ਸਤੇ ਨੇ ਰਚੀਆਂ ਹੋਈਆਂ ਨੇ। ਉਹ ਉਹਨਾਂ ਦੇ ਨਾਮਾਂ ਤੋਂ ਵੀ ਪਤਾ ਲੱਗਦਾ। ਤੇ ਕਿਉਂਕਿ ਫਿਰ ਉਹ ਚੌਥੀ ਪੌੜੀ ਤੋਂ ਗੁਰੂ ਨਾਨਕ ਦੀ ਦੁਬਾਰਾ ਉਸ ਤੋਂ ਸ਼ੁਰੂ ਕਰਦਾ, ਤੇ ਉਸ ਤੋਂ ਪਤਾ ਲੱਗਦਾ ਕਿ ਉਹ ਜਿੱਦਾਂ ਮੰਗਲਾਚਰਨ ਦਾ ਰਿਵਾਜ ਹੁੰਦਾ ਸੀਗਾ ਕਿ ਕੋਈ ਵੀ ਰਚਨਾ ਤੋਂ ਪਹਿਲਾਂ ਇੱਕ ਖਾਸ ਵਿਧਾ ਹੁੰਦੀ ਸੀ, ਉਸ ਤਰੀਕੇ ਨਾਲ। ਅੱਛਾ ਡਾਕਟਰ ਸਾਹਿਬ, ਉਹ ਜਿਹੜੀ ਉਦਾਂ ਤੇ ਵੈਸੇ ਗੁਰੂ ਸਾਹਿਬ ਨੇ ਜਿਹੜੇ ਇਸ ਤਰ੍ਹਾਂ ਦਾ ਭੁਲੇਖੇ ਸਾਰੇ ਦੂਰ ਕਰ ਛੱਡਿਆ ਕਿ ਜਦੋਂ ਪਹਿਲਾਂ ਜਿਹੜਾ ਆਪਣੇ ਭਗਤ ਜਨ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ, ਉੱਤੇ ਸਾਰਾ ਉਹ ਦੱਸ ਕੇ ਤੇ ਫਿਰ ਅੱਗੇ ਬਣਾਉਂਦੇ ਨੇ, ਸੀਕੁਐਂਸ ਬਣਾ ਕੇ ਕਰਦੇ ਨੇ। ਇਹਨਾਂ ਦੇ ਕੇਸ ਵੀ ਇਦਾਂ ਹੀ ਹੋਏਗਾ ਜਦੋਂ ਇਹਨਾਂ ਦੀ ਵਾਰ ਦਰਜ ਕੀਤੀ ਹੋਏਗੀ। ਹਾਂ, ਉਹਨੇ ਜਿਹੜੀ ਵਾਰ ਦਰਜ ਕੀਤੀ ਉਹ ਗੁਰੂ ਬਾਣੀ ਤੋਂ, ਗੁਰੂ ਸਾਹਿਬਾਨ ਦੀਆਂ ਜਿਹੜੀਆਂ ਰਚਨਾਵਾਂ ਰਾਗ ਰਾਮਕਲੀ ਦੇ ਵਿੱਚ ਗੁਰੂਆਂ ਦੀ ਜਿਹੜੀ ਰਚਨਾ, ਉਸ ਤੋਂ ਬਾਅਦ ਸਤੇ ਤੇ ਬਲਵੰਡ ਦੀ ਹੁੰਦੀ, ਉਸ ਤੋਂ ਬਾਅਦ ਭਗਤ ਬਾਣੀ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ, ਹਨਾ। ਹਾਂਜੀ, ਹਾਂ, ਤੇ ਉਹ ਭਗਤ ਬਾਣੀ ਦਾ ਵੀ ਆਪਣਾ ਇੱਕ ਸੀਕੁਐਂਸ ਹੈ। ਅੱਛਾ ਡਾਕਟਰ ਸਾਹਿਬ, ਇਹਨਾਂ ਦੀ ਚਲੋ ਹੁਣ ਇਹ ਤੇ ਹੋ ਗਈ ਗੱਲ, ਜਿਹੜੀ ਇਹ ਇੱਕ ਆਮ ਧਾਰਨਾ ਇਹ ਪਾਈ ਜਾਂਦੀ ਆ ਸੌਰੀ, ਕਿ ਇਹਨਾਂ ਨੇ ਆਪਣੀ ਵਾਰ ਦੇ ਵਿੱਚ ਜਿੱਦਾਂ ਫਿਰ ਤਾਂ ਇਹ ਕਹਿ ਦਿੰਦੇ ਆ ਡੂਮ ਨੇ ਜਾਂ ਕਿੱਦਾਂ, ਕਿ ਡੂਮਾਂ ਦਾ ਕੰਮ ਹੁੰਦਾ ਆਪਣੇ ਜਜਮਾਨਾਂ ਦੀਆਂ ਉੱਚੀਆਂ ਸਿਫਤਾਂ ਕਰਨਾ। ਕੀ ਇਹਨਾਂ ਨੇ ਅਕਾਲ ਪੁਰਖ ਦੀ ਸਿਫਤ ਕੀਤੀ ਹੈ ਜਾਂ ਗੁਰੂ ਘਰ ਨੂੰ ਜਾਂ ਕਿਸੇ ਨਿੱਜੀ ਤੌਰ ਤੇ ਕੀਤੀ ਕਿ ਗੁਰੂ ਸਾਹਿਬ ਨੂੰ ਉਸ ਤਰੀਕੇ ਨਾਲ ਪੇਸ਼ ਕੀਤਾ ਹੈ ਜਿੱਦਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਡੂਮ ਤੇ ਮਰਾਸੀ ਆਪਣੇ ਜਜਮਾਨਾਂ ਨੂੰ ਕਰਦੇ? ਮੈਂ ਇਹ ਜਾਣਨਾ ਚਾਹੁੰਦਾ। ਨਹੀਂ, ਇਸ ਕਿਸਮ ਦੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਜੇ ਗੁਰੂ ਸਾਹਿਬਾਨ ਦੀ ਸਿਫਤ ਵੀ ਕੀਤੀ ਹੈ ਤਾਂ ਉਹਦੇ ਵਿੱਚ ਦੱਸਿਆ ਵੀ ਉਹਨਾਂ ਦੀ ਸਿਫਤ ਕਿਉਂ ਕੀਤੀ ਜਾਣੀ ਚਾਹੀਦੀ ਹੈ ਜਾਂ ਕਿਵੇਂ ਕਿਉਂ ਹੋਈ ਹੈ ਸਿਫਤ। ਇਹ ਜਿਹੜਾ ਰੁਤਬਾ ਗੁਰੂ ਤਬ ਦਾ ਉਹਨਾਂ ਨੇ ਪ੍ਰਾਪਤ ਕੀਤਾ, ਇਹ ਕਿਸ ਤਰ੍ਹਾਂ ਕੀਤਾ ਹੈਗਾ, ਹੈ ਨਾ, ਕਿਉਂ ਸਾਰਾ। ਜੇ ਆਪਾਂ ਇਹਦੇ ਵਿੱਚ ਡਾਕਟਰ ਸਾਹਿਬ ਇੱਕ ਚੀਜ਼ ਹੋਰ ਕਲੀਅਰ ਕਰ ਦਿਓ, ਇੱਕ ਇੱਥੇ ਆਏ ਸੀਗੇ ਗੁਰੂ ਘਰ ਤੋਂ ਦਰਬਾਰ ਸਾਹਿਬ ਤੋਂ, ਮੈਨੂੰ ਉਹਨਾਂ ਦਾ ਮਿਲਣ ਦਾ ਮੌਕਾ ਮਿਲਿਆ, ਤੇ ਸਵਈਏ ਜਿਹੜੇ ਹੁੰਦੇ ਉਹਨਾਂ ਬਾਰੇ ਕੋਈ ਗੱਲ ਚੱਲ ਰਹੀ ਸੀ ਕਿ ਇੰਨੇ ਵਜੇ ਸਵੇਰੇ ਉੱਠ ਕੇ ਸਵਈਏ ਪੜ੍ਹਦੇ ਆ ਤੇ ਫਲਾਣੇ ਲੋਕ ਪੜ੍ਹਦੇ ਆ, ਉਹ ਵੀ ਕੋਈ ਪਰੰਪਰਾ ਹੈ ਗੁਰੂ ਘਰ ਦੀ। ਉਹ ਸਵਈਏ ਜਿਹੜੇ ਆ ਉਹ ਵੀ ਗੁਰੂ ਸਾਹਿਬ ਦੀ ਉਸਤਤ ਹੈ, ਤੇ ਜਿਹੜੀ ਇਹਨਾਂ ਦੀ ਵਾਰ ਇਹ ਵੀ ਉਸਤਤ ਹੈ। ਇਹ ਇੱਕੋ ਚੀਜ਼ ਨੂੰ ਕਹਿੰਦੇ ਆ ਜਾਂ ਅਲੱਗ-ਅਲੱਗ ਚੀਜ਼ਾਂ ਨੇ? ਨਹੀਂ, ਦੇਖੋ ਜਿਹੜੇ ਹੈਗੇ ਨੇ, ਮਤਲਬ ਇਹ ਹੁਣ ਸਤਾ ਤੇ ਬਲਵੰਡ ਨੇ, ਇਹ ਗੁਰੂ ਘਰ ਦੇ ਕੀਰਤਨੀਏ ਨੇ, ਇਹਨਾਂ ਦਾ ਆਪਣਾ ਉਹ ਸਟਾਈਲ ਹੈ, ਹਨਾ। ਤੇ ਜਿਹੜੇ ਭੱਟਾਂ ਦੇ ਸਵਈਏ ਨੇ, ਭੱਟਾਂ ਦੇ ਸਵਈਏ ਭੱਟਾਂ ਦੇ ਨਾਮ ਨਾਲ ਜਾਣੇ ਜਾਂਦੇ, ਠੀਕ ਹੈ। ਉਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਆਪਣਾ ਮਤਲਬ ਵਿਦਾਂਤਕ ਉਹਨਾਂ ਦੀ, ਜਾਂ ਕਹਿ ਲਓ ਤੁਸੀਂ ਉਹਨਾਂ ਦੀ ਉਹ ਪਰੰਪਰਾ ਹੈ। ਤੇ ਉਹ ਤੁਹਾਡੀ ਜਿਹੜੀ ਸ਼ਬਦਾਵਲੀ ਹੈ, ਹਾਲਾਂਕਿ ਜੇਕਰ ਉਹਨਾਂ ਨੇ ਵੀ ਇਸੇ ਗੱਲ ਦਾ ਕੀਤਾ ਹੋਇਆ ਕਿ ਇੱਕ ਗੁਰੂ ਤੋਂ ਦੂਸਰੇ ਗੁਰੂ ਤੱਕ ਕਿਸ ਤਰ੍ਹਾਂ, ਮਤਲਬ ਉਹਨਾਂ ਵਿੱਚ ਵੀ ਗੁਰੂ ਮਹਿਮਾ ਹੀ ਆ, ਮਤਲਬ ਮਹਿਮਾ ਵੀ ਕੀਤੀ ਹੋਈ ਨਾਲ ਉਹਨਾਂ ਨੇ, ਮਤਲਬ ਬਾਣੀ ਕੀ ਹੈ ਜਾਂ ਸ਼ਬਦ ਕੀ ਹੈ ਗੁਰੂ ਦਾ, ਇਹਦੀ ਉਹਨਾਂ ਨੇ ਵੀ ਸਿਧਾਂਤ ਦੀ ਵਿਆਖਿਆ ਵੀ ਹੈ, ਸਿਧਾਂਤ ਦੀ ਇਹਨਾਂ ਨੇ ਵੀ ਕੀਤੀ ਹੋਈ ਹੈ। ਇਹ ਨਿਰੀ ਇਹ ਹੀ ਨਹੀਂ ਹੈ ਕਿ ਇਹ ਸਿਰਫ ਪ੍ਰੇਜ਼ ਕੀਤੀ ਹੋਈ ਹੈ ਗੁਰੂ ਸਾਹਿਬਾਨ ਦੀ। ਤੇ ਇਹ ਮਤਲਬ ਉਹਨਾਂ ਨੇ ਬੜੀ ਵਧੀਆ ਗੱਲਾਂ ਕੀਤੀਆਂ ਨੇ। ਤੁਸੀਂ ਉਹ ਕਹਿੰਦੇ ਵੀ ਗੁਰੂ ਨਾਨਕ ਨੇ ਜਿਹੜਾ ਆਪਣਾ ਮਤਲਬ ਚਲਾਇਆ, ਨਵਾਂ ਰਸਤਾ ਚਲਾਇਆ, ਉਹਨੂੰ ਦੇਖ ਕੇ ਹੈਰਾਨ ਵੀ ਹੁੰਦੇ ਨੇ ਤੇ ਲੋਕ ਵੀ ਹੈਰਾਨ ਹੁੰਦੇ ਨੇ, ਸਤਾ ਵੀ ਹੈਰਾਨ ਹੁੰਦਾ। ਉਹ ਗੁਰੂ ਨਾਨਕ ਨੂੰ ਉਹ ਕਿਉਂਕਿ ਇਹਦੇ ਵਿੱਚ ਦੇਖੋ, ਜਿਵੇਂ ਹੁਣ ਸਾਖੀਆਂ ਲਿਖੀਆਂ ਹੋਈਆਂ ਨੇ, ਸਾਖੀਆਂ ਉੱਦਾਂ ਅਸੀਂ ਕਰਾਮਾਤ ਨੂੰ ਨਹੀਂ ਮੰਨਦੇ, ਸਿੱਖ ਧਰਮ ਦੇ ਵਿੱਚ ਨਹੀਂ ਮੰਨਿਆ, ਪਰ ਉੱਥੇ ਗੁਰੂ ਨਾਨਕ ਨੂੰ ਇੱਕ ਕਰਾਮਾਤੀ ਦੇ ਤੌਰ ਤੇ ਉਹਨਾਂ ਨੇ ਪੁੱਟ ਕੀਤਾ ਹੋਇਆ। ਉਹਦੀ ਵਜ੍ਹਾ ਕੀ ਹੈ? ਉਹ ਜਿਹੜਾ ਸ਼ਰਧਾਵਾਨ ਹੁੰਦਾ ਉਹਦੀ ਆਪਣੀ ਸ਼ਰਧਾ ਹੁੰਦੀ ਹੈ। ਇਸੇ ਕਰਕੇ ਹੁਣ ਸਤਾ ਤੇ ਬਲਵੰਡ ਨੇ ਜਿਹੜੇ ਉਹਨਾਂ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਗੁਰੂ ਦੀ ਸ਼ਰਧਾ ਵੀ ਹੈ, ਗੁਰੂ ਦੀ ਸ਼ਰਧਾ ਵੀ ਹੈ। ਜਿਵੇਂ ਉਹ ਕਹਿੰਦੇ, ਹੋ ਰਿਓ ਗੰਗ ਬਹਾਈਏ ਦੁਨਿਆਈ ਆਖੇ ਕੇ ਕਿਉਂ, ਨਾਨਕ ਈਸਰ ਜਗਨਨਾਥ ਉੱਚ ਹੱਦੀ ਬੈਣ ਬਿਰ ਕਿਉਂ। ਮਤਲਬ ਉਹ ਕਹਿੰਦੇ ਵੀ ਲੋਕ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਨੇ ਉਲਟੀ ਗੰਗਾ ਬਹਾਤੀ ਹੈ। ਕਿੱਧਰੋਂ ਲਿਆਂਦੀ ਹੈ ਗੰਗਾ? ਜਾਣੀ ਗੁਰੂ ਨੇ ਆਪਣੇ ਚੇਲੇ ਨੂੰ ਗੁਰਗੱਦੀ ਦੇ ਕੇ, ਗੁਰੂ ਦਾ ਮਤਲਬ ਤਿਲਕ ਲਾ ਕੇ ਉਹਨਾਂ ਦੇ ਮੱਥੇ ਦੇ ਉੱਤੇ ਵੀ ਇੱਕ ਨਵਾਂ ਕੰਮ ਇਹ ਕੀਤਾ, ਹੈ ਨਾ। ਤੇ ਉਹ ਵੀ ਹੈਰਾਨ ਹੁੰਦੇ ਆ ਤੇ ਲੋਕ ਵੀ ਹੈਰਾਨ ਹੁੰਦੇ ਨੇ।
ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨੇ ਲਹਿਣਾ ਜੀ ਦੇ ਸਿਰ ਦੇ ਉੱਤੇ ਗੁਰਿਆਈ ਦਾ ਛੱਤਰ ਧਰ ਕੇ ਉਹਨਾਂ ਦੀ ਸੋਭਾ ਹੈ ਜਿਹੜੀ ਉਹ ਅਸਮਾਨ ਤੱਕ ਉਪੜਾਤੀ। ਹੁਣ ਇਹ ਇਕੱਲੀ ਇਹ ਉਹਨਾਂ ਦੀ ਪ੍ਰੇਜ਼ ਹੀ ਨਹੀਂ ਕਰਦੇ, ਉਹ ਇਹ ਵੀ ਦੱਸਦੇ ਨੇ ਵੀ ਕਿਉਂ ਪ੍ਰੇਜ਼ ਦੇ ਵਰਦੀ ਹੈ ਉਹ, ਹੈ ਨਾ। ਅਤੇ ਜਿਹੜੀਆਂ ਹੈਗੀਆਂ ਨੇ ਹੁਣ ਵਾਰ ਇਹਨੂੰ ਇਸੇ ਕਰਕੇ ਕਿਹਾ ਕਿ ਉਹਨਾਂ ਨੇ ਇਹ ਨਹੀਂ ਹੈ ਵੀ ਸਾਰਾ ਉਹ ਲਿਆ, ਉਹਨਾਂ ਨੇ ਉਹ ਘਟਨਾ ਜਿਹੜੀ ਹੈਗੀ ਗੁਰਿਆਈ ਦੇਣ ਦੀ, ਹੈ ਨਾ, ਉਹਨੂੰ ਲਿਆ। ਫਿਰ ਦੇਖੋ ਇਹ ਸਾਰੀ ਪਰੰਪਰਾ ਗੁਰੂ ਘਰ ਦੀ ਵੀ ਲੰਗਰ ਕੀ ਹੈ ਤੇ ਗੁਰਿਆਈ ਕਿਵੇਂ ਦਿੱਤੀ ਹੋਈ ਹੈ, ਕੀ ਸਾਰਾ ਸਿੱਖੀ ਕੀ ਹੈ, ਸੇਵਕੀ ਕੀ ਹੈ, ਉਹ ਸਾਰਾ ਇਹਦੇ ਵਿੱਚ ਵਾਰ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਹੈ ਇਹ। ਤੇ ਜਿੱਦਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਉਹ ਸਾਰੀ ਗੁਰਬਾਣੀ ਦੀ ਵਿਆਖਿਆ ਜਾਂ ਕੁੰਜੀ ਹੈ, ਇਸੇ ਤਰ੍ਹਾਂ ਹੀ ਕੁਝ ਇੱਕ ਭਗਤ ਜਨਾਂ ਦੀ ਵੀ ਜਿਹੜੀ ਕੁਝ ਇੱਕ ਸ਼ਬਦ ਲੈ ਜਾਂ ਭਾਵੇਂ ਇੱਕ ਤੋਂ ਕੀ ਲਈ ਆ, ਉਹ ਗੁਰੂ ਘਰ ਦੀ ਜਾਂ ਜਿਹੜੀਆਂ ਉਹਦੀ ਪਰੰਪਰਾ ਨਾ ਜਾਂ ਜਿਹੜੀ ਉਹਦੀ ਫਿਲਾਸਫੀ ਆ ਉਹਦੀ ਵਿਆਖਿਆ ਵਾਂਗੂ ਦੇਖਿਆ ਜਾਵੇ ਤੇ ਵਧੇਰੇ ਮੈਨੂੰ ਲੱਗਦਾ ਠੀਕ ਹੈ। ਬਿਲਕੁਲ ਬਿਲਕੁਲ। ਹੁਣ ਇਹ ਜਿਵੇਂ ਹੁਣ ਵਾਰ ਦੀ ਜਿਹੜੀ ਪਹਿਲੀ ਉਹ ਪੌੜੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਬਲਵੰਡ ਨੇ ਪਹਿਲੀਆਂ 3 ਪੌੜੀਆਂ ਲਿਖੀਆਂ ਨੇ, ਨਾ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਨੇ ਦੇ ਗੁਣ ਦੇ ਗੁਣਾ 7 ਭੈਣ ਭਰਾਵ ਹੈ ਪਰੰਗਤ ਦਾਨ ਪੜੀਵ ਦੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵ ਦੇ ਲੈਣੇ ਧਰਿਉ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵ ਦੇ ਮਤ ਗੁਰੂ ਆਤਮ ਦੇਵ ਦੀ ਖੜਗ ਜੋਰ ਪਰਾਏ ਪ੍ਰਾ ਕੋਈ ਜੀਏ ਦੇ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਮ ਦਾ ਸਹਿ ਟਿੱਕਾ ਦਿੱਤੋ ਸਜੀਵ ਦੇ। ਦੇਖੋ ਕਿੰਨੀ ਵੱਡੀ ਇਹਨਾਂ ਨੇ ਗੱਲ ਕਹੀ ਹੈ ਹੁਣ ਕਿ ਵੀ ਜੇ ਕਰਤਾ ਪੁਰਖ ਕਾਦਰ ਆਪ ਕਿਸੇ ਦਾ ਸਤਿਕਾਰ ਵਧਾਵੇ, ਹੈ ਨਾ, ਉਹ ਅਸੀਂ ਮੰਨਦੇ ਹਾਂ ਨਾ ਗੁਰਬਾਣੀ ਦੇ ਅਨੁਸਾਰ ਤਾਂ ਵੀ ਉਹ ਪਰਮਾਤਮਾ ਦੇ ਹੱਥ ਹੈ ਸਾਰਾ ਕੁਛ, ਉਹ ਕਿਸੇ ਨੂੰ ਚਾਹੇ ਮਾਣ ਦੇ ਦੇਵੇ ਚਾਹੇ ਨਾ ਮਾਣ ਦੇਵੇ, ਸਨਮਾਨ ਦੇਵੇ। ਅਤੇ ਉਹ ਹੁਣ ਇਹ ਬਲਵੰਡ ਵੀ ਇਹੀ ਗੱਲ ਕਹਿੰਦਾ ਵੀ ਜੇ ਕਾਦਰ ਹੈ ਜਿਹੜਾ ਕਰਤਾ ਪੁਰਖ ਹੈ ਉਹ ਜੇ ਆਪ ਕਿਸੇ ਦਾ ਸਤਿਕਾਰ ਵਧਾਵੇ, ਨਾਮਣਾ ਉੱਚਾ ਕਰੇ ਤਾਂ ਉਹਨੂੰ ਤੋਲਣ ਲਈ ਜਾਂ ਮਾਪਣ ਲਈ ਗੱਲ ਨਹੀਂ ਹੋ ਸਕਦੀ ਵੀ ਮਨੁੱਖ ਉਹਨੂੰ ਕਿਵੇਂ ਮਾਪ ਸਕਦਾ ਹੈ ਨਾ। ਹਾਂਜੀ। ਅਤੇ ਉਹ ਕਹਿੰਦਾ ਵੀ ਕਰਤਾ ਪੁਰਖ ਜਦੋਂ ਆਪ ਫੈਸਲਾ ਕਰਕੇ ਵਡਿਆਈ ਦੇਵੇ ਤਾਂ ਉਹਦਾ ਹੁਕਮ ਕੋਈ ਮੋੜ ਨਹੀਂ ਸਕਦਾ ਹੈਗਾ। ਗੁਰੂ ਨਾਨਕ ਨੂੰ ਇਹ ਵਡਿਆਈ ਹੈ ਜਿਹੜੀ ਉਹ ਅਕਾਲ ਪੁਰਖ ਵੱਲੋਂ ਮਿਲੀ। ਤੇ ਵੀ ਮੈਂ ਕੌਣ ਆ ਵਿਚਾਰਾ ਜਿਹੜਾ ਉਹਦਾ ਬਿਆਨ ਕਰਾਂ। ਉਹਦੇ ਕਹਿਣ ਦਾ ਮਤਲਬ ਹੈ ਵੀ ਉਹ ਗੁਰੂ ਨੂੰ ਅਕਾਲ ਪੁਰਖ ਵੱਲੋਂ ਹੀ ਇੰਨੀ ਵਡਿਆਈ ਮਿਲੀ ਹੋਈ ਵੀ ਮੈਂ ਤਾਂ ਤੁਛ ਜਿਹੀ ਚੀਜ਼ ਹੈ, ਮੈਂ ਉਹਦਾ ਕੀ ਮਾਪ ਤੋਲ ਕਰ ਸਕਦਾ। ਦੇਖੋ ਇਹ ਹਲੀਮੀਆਂ ਉਹਦੇ ਵਿੱਚ, ਹੈ ਨਾ, ਜਿਹਨੂੰ ਅਸੀਂ ਕਹਿ ਰਹੇ ਹਾਂ ਵੀ ਨਹੀਂ ਉਹ ਤਾਂ ਨਾ। ਮੈਨੂੰ ਲੱਗਦਾ ਲਾਸਟ ਲਾਈਨ ਜਿਹੜੀ ਆ ਉਹਦੇ ਵਿੱਚ ਇਹ ਵੀ ਆਉਂਦਾ ਸ਼ਬਦ ਕਿ ਉਹਨਾਂ ਨੇ ਆਪਣੇ ਜੀਉਂਦੇ ਜੀ ਜਿਹੜਾ ਮਤਲਬ ਉਹਨੂੰ ਦੇ ਦੇਣਾ, ਉਹ ਕਿੰਨੀ ਵੱਡੀ ਗੱਲ ਹੈ। ਕੋਈ ਬੰਦਾ ਦਿੱਤੋ ਸਜੀਵ ਦੇ ਕਿ ਗੁਰੂ ਨਾਨਕ ਨੇ ਆਪਣੇ ਹੱਥੀਂ ਆਪਣੇ ਜਿਉਂਦੇ ਜੀ ਆਪਣੀ ਵਿਰਾਸਤ ਹੈ ਜਿਹੜੀ ਉਹ ਅੱਗੇ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਹੈ। ਉਹ ਜਿਹੜਾ ਇੱਕ ਨਵੇਕਲਾ ਕਦਮ ਵੀ ਆ, ਇਨਕਲਾਬੀ ਕਦਮ ਵੀ ਆ, ਤੇ ਜਿਹੜੀਆਂ ਪਹਿਲੀਆਂ ਰਵਾਇਤਾਂ ਸੀ ਉਹਨਾਂ ਤੋਂ ਹਟ ਕੇ ਇੱਕ ਵੱਡਾ ਕਦਮ ਦੱਸਿਆ ਗਿਆ ਨਾ। ਹਾਂ, ਉਹ ਕਹਿੰਦਾ ਵੀ ਗੁਰੂ ਨਾਨਕ ਸਾਹਿਬ ਨੇ ਸੱਚ ਰੂਪ ਦਾ ਕਿਲਾ ਬਣਾਇਆ ਜਿਹਦੀ ਪੱਕੀ ਨੀਂਹ ਰੱਖ ਦਿੱਤੀ ਉਹਨਾਂ ਨੇ, ਤੇ ਇਸ ਨੀਂਹ ਦੇ ਵਿੱਚ ਉਹਨਾਂ ਨੇ ਫਿਰ ਗੁਰਿਆਈ ਹੈ ਜਿਹੜੀ ਉਹ ਗੁਰੂ ਅੰਗਦ ਦੇਵ ਨੂੰ ਦਿੱਤੀ ਹੈ, ਭਾਈ ਲਹਿਣੇ ਨੂੰ ਦਿੱਤੀ ਹੈ। ਉਹ ਇੱਥੇ ਉਹਨਾਂ ਨੇ ਭਾਈ ਲਹਿਣਾ ਹੀ ਦਿੱਤਾ। ਹੁਣ ਕੁਛ ਵਿਦਵਾਨ ਨੇ ਉਹ ਤਾਂ ਇਹ ਵੀ ਆਪਣਾ ਮਤਲਬ ਆਬਜੈਕਸ਼ਨ ਕਰਦੇ ਨੇ ਜੀ ਵੀ ਜਦੋਂ ਗੁਰੂ ਅੰਗਦ ਬਣ ਗਏ ਸੀ ਭਾਈ ਲਹਿਣਾ ਕਿਉਂ ਲਿਖਿਆ, ਹੈ ਨਾ। ਪਰ ਜਦ ਹੁਣ ਤੁਸੀਂ ਕੋਈ ਇੱਕ ਪਾਰਟੀਕੂਲਰ ਗੱਲ ਕਰ ਰਹੇ ਹੋ, ਇੰਸੀਡੈਂਟ ਨੂੰ ਦੱਸ ਰਹੇ ਹੋ, ਅਸੀਂ ਵੀ ਤਾਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਵੀ ਕਹਿੰਦੇ ਹਾਂ ਕਿ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ ਉਹਨਾਂ ਨੂੰ ਗੁਰੂ ਅੰਗਦ ਬਣਾਇਆ, ਆਪਣਾ ਅੰਗ ਬਣਾਇਆ। ਜਦੋਂ ਪਿਛੋਕੜ ਦੀ ਗੱਲ ਕਰਨੀ ਹੈ, ਜਦੋਂ ਭਾਈ ਲਹਿਣਾ ਜੀ ਸੀਗੇ, ਜਦੋਂ ਉਹਨਾਂ ਉਸ ਪੀਰੀਅਡ ਦੀ ਗੱਲ ਕਰਨੀ ਕਿ ਉਹਨਾਂ ਨੂੰ ਗੱਦੀ ਦਿੱਤੀ ਤਾਂ ਨਾ ਹੀ ਵਰਤਿਆ ਜਾਏਗਾ, ਉਹ ਤਾਂ ਕਹਿਣਾ ਹੀ ਉਹਨਾਂ ਨੇ। ਫਿਰ ਉਹ ਕਹਿੰਦੇ ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ, ਵੀ ਜਿੱਥੇ ਪਹਿਲਾਂ ਗੁਰੂ ਨਾਨਕ ਦਾ ਜਸ ਫੈਲਿਆ ਹੋਇਆ ਸੀ ਤੇ ਉਹੀ ਜਸ ਹੈ ਜਿਹੜਾ ਉਹ ਫਿਰ ਭਾਈ ਲਹਿਣੇ ਦਾ ਗੁਰੂ ਅੰਗਦ ਦੇਵ ਦਾ ਫੈਲਿਆ। ਝੁੱਲੇ ਸੋ ਜੋਤ ਉਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀ ਹੈ। ਜੋਤ ਵੀ ਉਹੀ ਹੈ, ਗੁਰੂ ਜੋਤ ਵੀ ਉਹੀ ਹੈ, ਰੱਬੀ ਜੋਤ ਉਹੀ ਹੈ, ਤੇ ਗੁਰੂ ਜੋਤ ਹੈ ਜਿਹੜੀ ਉਹ ਵੀ ਉਹੀ ਹੈ, ਸਿਰਫ ਸਰੀਰ ਬਦਲਿਆ। ਗੁਰੂ ਨਾਨਕ ਤੋਂ ਉਹ ਜਿਹੜੀ ਮਤਲਬ ਜੋਤ ਹੈ ਉਹ ਭਾਈ ਲਹਿਣਾ ਜੀ ਚ ਆ ਗਈ, ਗੁਰੂ ਅੰਗਦ ਦੇਵ ਦੇ ਰੂਪ ਚ ਸਾਹਮਣੇ ਆਈ ਹੈ। ਝੁੱਲੇ ਸੋ ਛੱਤ ਨਰੰਜਣੀ ਮਲ ਤਖਤ ਬੈਠਾ ਗੁਰ ਹਟਿਆ ਕਰੇ ਜੇ ਗੁਰ ਫਰਮਾਇਆ ਸਿਲ ਜੋਗਰ ਲੂਣੀ ਚੱਟਿਆ। ਇਹ ਕਿਉਂ ਇਸ ਤਰ੍ਹਾਂ ਹੋਇਆ? ਉਹ ਕਹਿੰਦਾ ਜੋ ਗੁਰੂ ਨਾਨਕ ਦਾ ਹੁਕਮ ਸੀ ਭਾਈ ਲਹਿਣੇ ਨੇ ਉਸ ਹੁਕਮ ਨੂੰ ਮੰਨਿਆ ਤੇ ਇਹਨੂੰ ਹੁਕਮ ਦੇ ਅਨੁਸਾਰ ਹੋ ਕੇ ਚੱਲਣਾ ਵੀ ਇਹ ਕੋਈ ਸੌਖਾ ਕੰਮ ਨਹੀਂ ਹੈ। ਇਹ ਜੋਗ ਦੀ ਜਿਹੜੀ ਲੂਣੀ ਸਿਲ ਹੈ ਉਹਦੇ ਚੱਟਣ ਵਾਂਗੂ ਹੁੰਦਾ, ਮਤਲਬ ਬਹੁਤ ਔਖਾ ਕੰਮ ਹੈ ਇਹ। ਲੰਗਰ ਚੱਲਿਆ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਹੁਣ ਇੱਥੇ ਦੱਸਿਆ ਸ਼ਬਦ ਦਾ ਲੰਗਰ ਚੱਲ ਰਿਹਾ ਗੁਰੂ ਦੇ ਦਰਬਾਰ ਦੇ ਵਿੱਚ, ਹੈ ਨਾ, ਤੇ ਜਿਹਦੇ ਵਿੱਚ ਕੋਈ ਘਾਟਾ ਨਹੀਂ ਪੈਂਦਾ। ਖਰਚੇ ਦਿੱਤ ਖਸਮ ਦਾ ਆਪ ਖੈਂਦੀ ਖੈਰ ਦੁਪੱਟੇ ਹੋਵੇ ਸਿਰਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਦੀ ਕੱਟੀ ਹੈ। ਕਿੱਡੀ ਵੱਡੀ ਗੱਲ ਮਤਲਬ ਉਹਨਾਂ ਨੇ ਕਹੀ ਹੋਈ ਹੈ। ਇਹ ਤੁਕ ਤਾਂ ਆਮ ਸਾਰੇ ਹੀ ਵਰਤਦੇ ਆ, ਇਹ ਸਾਰੇ ਵਰਤਦੇ ਆ ਅਸੀਂ ਇਹਨਾਂ ਨੂੰ। ਉਹ ਫਿਰ ਦੱਸਦਾ ਵੀ ਹੁਣ
ਗੁਰੂ ਨਾਨਕ ਦੀ ਥਾਂ ਤੇ ਭਾਈ ਲਹਿਣਾ ਜੀ ਜਿਹੜੇ ਗੁਰਗੱਦੀ ਦੇ ਉੱਤੇ ਬੈਠ ਗਏ ਹੋਏ ਨੇ। ਪਹਿਲਾਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਦੀ ਸਾਰੇ ਧੁੰਮ ਪਈ ਸੀ, ਹੁਣ ਭਾਈ ਲਹਿਣਾ ਜੀ ਦੀ ਪਈ ਹੋਈ ਹੈ। ਤੇ ਉਹਨਾਂ ਦਾ ਸਾਰਾ ਜਿਹੜਾ ਹੈਗਾ, ਜਿਉਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਅੰਗ ਬਣਾ ਕੇ ਭਾਈ ਲਹਿਣੇ ਨੂੰ ਗੁਰਗੱਦੀ ਤੇ ਬਿਠਾਇਆ, ਤੇ ਉਹਨਾਂ ਦੀ ਸ਼ੋਭਾ ਵੀ ਉਸੇ ਤਰ੍ਹਾਂ ਸਾਰੀ ਇਹ ਫੈਲ ਗਈ। ਤੇ ਜਿਹੜਾ ਮਤਲਬ ਗੁਰਗੱਦੀ ਦਾ ਛੱਤਰ ਗੁਰੂ ਨਾਨਕ ਦੇ ਸਿਰ ਤੇ ਝੁੱਲ ਰਿਹਾ ਸੀ, ਉਹ ਉਹਨਾਂ ਨੇ ਭਾਈ ਲਹਿਣਾ ਜੀ ਦੇ ਸਿਰ ਦੇ ਉੱਤੇ ਰੱਖ ਦਿੱਤਾ। ਤੇ ਨਾਮ ਪਦਾਰਥ ਹੈ ਜਿਹੜਾ ਭਾਈ ਲਹਿਣਾ ਜੀ ਨੇ ਉਸ ਗੁਰੂ ਨਾਨਕ ਦੀ ਹੱਟੀ ਤੋਂ ਜਿਹੜਾ ਪ੍ਰਾਪਤ ਕੀਤਾ, ਉਹਦੇ ਵਿੱਚ ਕੋਈ ਤੋਟ ਨਹੀਂ ਆ ਰਹੀ। ਸ਼ਬਦ ਦਾ ਜਿਹੜਾ ਹੈਗਾ ਲੰਗਰ ਹੈ ਉਹ ਚੱਲ ਰਿਹਾ, ਪ੍ਰਵਾਹ ਚੱਲ ਰਿਹਾ ਨਾਮ ਸਿਮਰਨ ਦਾ, ਤੇ ਨਾਮ ਦੀ ਕਮਾਈ ਹੈ ਜਿਹੜੀ ਉਹਦੇ ਵਿੱਚ ਕੋਈ ਘਾਟਾ ਨਹੀਂ ਹੈ। ਗੁਰੂ ਦਰਬਾਰ ਕੀ ਹੈ? ਗੁਰੂ ਦਰਬਾਰ ਉਹ ਹੈ ਜਿੱਥੇ ਰੱਬ ਦੀ ਸਿਫਤ ਸਲਾਹ ਹੁੰਦੀ ਹੈ, ਉੱਥੇ ਮਤਲਬ ਪਰਮਾਤਮਾ ਦਾ ਨਾਮ ਹੈ ਜਿਹੜਾ ਸਿਮਰਨ ਹੁੰਦਾ। ਜਿੱਥੇ ਨਾਮ ਸਿਮਰਨ ਹੁੰਦਾ ਉੱਥੇ ਫਿਰ ਰੱਬੀ ਨੂਰ ਹੈ ਜਿਹੜਾ ਉਹ ਕੁਦਰਤੀ ਹੈ, ਵੀ ਉਹਦੀ ਮਿਹਰ ਹੁੰਦੀ ਹੈ ਤੇ ਉਹ ਵਰਸਦਾ ਹੈ ਉਹ। ਤੇ ਮਨੁੱਖ ਦੀ ਜਿਹੜੀ ਹੈਗੀ ਹੈ ਜਨਮ ਦੀ ਜਿਹੜੀ ਦੁਰਮਤ ਦੀ ਮੈਲ ਹੈ ਉਹ ਕੱਟੀ ਜਾਂਦੀ ਹੈ, ਤੇ ਵਿਕਾਰਾਂ ਤੋਂ ਮਨੁੱਖ ਹੈ ਜਿਹੜਾ ਉਹ ਫ੍ਰੀ ਹੋ ਜਾਂਦਾ। ਫਿਰ ਅੱਗੇ ਉਹ ਕਹਿੰਦਾ ਵੀ ਸੱਚ ਜੇ ਗੁਰ ਫਰਮਾਇਆ ਕਿਉਂ ਇਦੋਂ ਬੋਲੋਂ ਹਟੀਏ ਪੁੱਤਰੀ ਕੌਲ ਨਾ ਪਾਲਿਓ। ਹੁਣ ਇਹ ਮਤਲਬ ਦੇਖੋ ਬਿਲਕੁਲ ਕਲੀਅਰ ਕਰਦੇ ਨੇ ਵੀ ਕਿਉਂ ਭਾਈ ਲਹਿਣਾ ਜੀ ਨੂੰ ਗੱਦੀ ਦਿੱਤੀ, ਕਿਉਂਕਿ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੇ ਦਿਲ ਖੋਟਾ ਆਕੀ ਫਿਰਨ। ਅੱਛਾ, ਹੈ ਨਾ, ਦਿਲਾਂ ਦੇ ਵਿੱਚ ਤਾਂ ਖੋਟ ਹੈ, ਗੱਲ ਨੂੰ ਉਹ ਮੰਨਦੇ ਨਹੀਂ ਹੈ ਤੇ ਮਤਲਬ ਬੇਮੁਖ ਹੋਏ ਫਿਰਦੇ ਨੇ। ਮਨ ਭਾਰ ਚਾਇਨ ਛੱਟਿਆ ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥੱਟੀਏ ਕੌਣ ਹਾਰੇ ਕਿਨੋਂ ਵੱਟਿਆ। ਜਿਹਨੇ ਆਖਾ ਮੰਨਣਾ ਹੈ, ਜਿਹਨੇ ਉਸ ਕਰਨੀ ਨੂੰ ਅੱਗੇ ਲੈ ਕੇ ਜਾਣਾ ਹੈ, ਕੁਦਰਤੀ ਹੈ ਵੀ ਉਹ ਹੀ ਉਹਨੂੰ ਹੀ ਉਹ ਮਿਲੂਗਾ ਜਿਹੜਾ ਹੈਗਾ ਮਾਨ ਸਨਮਾਨ ਹੈ। ਕਹਿੰਦੇ ਵੀ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ, ਗੁਰੂ ਅੰਗਦ ਸਾਹਿਬ ਨੇ ਉਹਨੂੰ ਮੰਨਿਆ। ਆਪਾਂ ਸਾਖੀਆਂ ਵਿੱਚ ਵੀ ਪੜ੍ਹਦੇ ਹਾਂ ਕਿ ਗੁਰੂ ਨਾਨਕ ਨੇ ਮਤਲਬ ਕਿਹਾ, ਪਹਿਲਾਂ ਆਪਣੇ ਪੁੱਤਰਾਂ ਨੂੰ ਕਿਹਾ ਕਿ ਪੱਠੇ ਲੈ ਕੇ ਆਉਣੇ ਸੀ, ਸ਼ਾਇਦ ਬਾਰਿਸ਼ ਹੋ ਰਹੀ ਸੀ ਕਿ ਚਿੱਕੜ ਸੀਗਾ, ਉਹ ਕਹਿੰਦੇ ਕਿਉਂ ਸਾਡੇ ਕੱਪੜੇ ਖਰਾਬ ਹੋ ਜਾਣਗੇ। ਗੁਰੂ ਅੰਗਦ ਦੇਵ ਜੀ ਜਾ ਕੇ ਲੈ ਕੇ ਆਏ, ਹੈ ਨਾ। ਇਸੇ ਤਰ੍ਹਾਂ ਉਹ ਕਹਿੰਦੇ ਕੋਈ ਸਾਖੀਆਂ ਪੜ੍ਹਦੇ ਹੁਣ ਸਾਖੀਆਂ ਦੇ ਵਿੱਚ ਆਪਣੀ ਉਹ ਵੀ ਹੁੰਦੀ ਹੈ ਕੀ ਕਹਿੰਦੇ ਆ ਆਪਣਾ ਜਿਹੜਾ ਪਰਸਨਲ ਹੈਗੀ ਹੈ ਸ਼ਰਧਾ, ਉਹਨੂੰ ਵੀ ਸਾਖੀਦਾਰ ਪਾਉਂਦੇ ਨੇ ਵੀ ਕੱਚੀ ਕੰਧ ਉਹਨਾਂ ਨੇ ਕਿਹਾ ਕੰਧ ਉਸਾਰੋ, ਕੰਧ ਉਸਾਰੀ। ਬੱਚਿਆਂ ਨੇ ਤਾਂ ਰਿਫਿਊਜ਼ ਕਰਤਾ, ਬਾਬਾ ਸ੍ਰੀ ਚੰਦ ਨੇ ਵੀ ਤੇ ਲక్ష్ਮੀ ਦਾਸ ਨੇ ਵੀ ਅਸੀਂ ਨਹੀਂ ਮਤਲਬ ਇਹ ਚਿੱਕੜ ਦੇ ਵਿੱਚ ਵੜਨਾ ਜਾਂ ਕੀ ਹੈ। ਭਾਈ ਲਹਿਣਾ ਜੀ ਨੇ ਉਹ ਕੰਧ ਬਣਾਈ, ਗੁਰੂ ਕਹਿੰਦੇ ਨਹੀਂ ਸਿੱਧੀ ਨਹੀਂ ਬਣੀ, ਇਹਨੂੰ ਦੁਬਾਰਾ ਬਣਾ, ਦੁਬਾਰਾ ਬਣਾਈ, ਦੁਬਾਰਾ ਟੈਸਟ ਲਿਆ ਮਤਲਬ ਟੈਸਟ ਲਿਆ। ਜਾਣੀ ਇਸ ਕਿਸਮ ਦੀਆਂ ਅਸੀਂ ਸਾਖੀਆਂ ਪੜ੍ਹਦੇ ਹਾਂ। ਹੁਣ ਉਹ ਸਾਰੇ ਟੈਸਟਾਂ ਦੇ ਵਿੱਚ ਉਹ ਜਿਹੜੀ ਕਸਵੱਟੀ, ਕਿਉਂਕਿ ਜਿਹੜੀ ਗੁਰੂ ਘਰ ਦੀ ਕਸਵੱਟੀ ਉਹ ਹੈ ਯੋਗਤਾ ਮੂਲਕ। ਉੱਥੇ ਕੋਈ ਉਮਰ ਦਾ ਕੋਈ ਮਤਲਬ ਤੁਹਾਡਾ ਕੀ ਲੱਗਦਾ ਇਸ ਚੀਜ਼ ਦਾ ਲਿਹਾਜ਼ ਨਹੀਂ ਹੈ, ਤਾਂ ਕਸਵੱਟੀ ਤੇ ਪੂਰਾ ਕੌਣ ਉਤਰਦਾ ਹੈ ਨਾ। ਤੇ ਇਹ ਆਪਾਂ ਦੇਖਦੇ ਹਾਂ ਹੁਣ ਗੁਰੂ ਅੰਗਦ ਤਾਂ ਸਿਰਫ ਜਿੱਦਾਂ ਗੁਰੂ ਅਮਰਦਾਸ ਜੀ ਨੂੰ ਬਹੁਤ ਲੇਟ ਅਵਸਥਾ 'ਚ ਜਾ ਕੇ ਮੌਕਾ ਮਿਲਦਾ ਹੈ ਕਿ ਕਿੰਨੀ ਵੱਡੀ ਉਮਰ 'ਚ ਆ ਕੇ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮਿਲਦੇ ਨੇ, ਫਿਰ ਉਸ ਉਮਰ ਦੇ ਵਿੱਚ ਸੇਵਾ ਕਰਦੇ ਨੇ, ਹੈ ਨਾ। ਆਪਾਂ ਪੜ੍ਹਦੇ ਆਏ ਹਾਂ ਕਿ ਬਿਆਸ ਨਦੀ ਤੋਂ ਜਲ ਲੈ ਕੇ ਆਉਣਾ, ਤੜਕਿਓਂ ਜਾ ਕੇ ਪਾਣੀ ਲੈ ਕੇ ਆਉਂਦੇ ਨੇ ਇਸ਼ਨਾਨ ਕਰਨ ਦੇ ਵਾਸਤੇ ਗੁਰੂ ਦੇ, ਫਿਰ ਜਾ ਕੇ ਲੰਗਰ ਦੇ ਵਿੱਚ ਲੱਕੜਾਂ ਪਾੜਦੇ ਨੇ, ਉੱਥੇ ਮਤਲਬ ਪ੍ਰਸ਼ਾਦੇ ਪਕਾਉਣ ਦਾ, ਬਰਤਨ ਸਾਫ਼ ਕਰਨ, ਹਰ ਇੱਕ ਤਰ੍ਹਾਂ ਦੀ ਸੇਵਾ ਕਰਦੇ ਨੇ। ਤੇ ਉਸ ਸੇਵਾ ਦੀ ਕਸਵੱਟੀ ਦੇ ਉੱਤੇ ਉਹ ਪੂਰੇ ਉਤਰੇ ਨੇ ਤੇ ਤਾਂ ਉਹਨਾਂ ਨੂੰ ਗੁਰਗੱਦੀ ਮਿਲੀ ਹੈ। ਜਿਹੜੇ ਮਤਲਬ ਗੁਰੂ ਅੰਗਦ ਨੇ ਗੁਰੂ ਦੇ ਹੁਕਮ ਨੂੰ ਮੰਨਿਆ ਤੇ ਨਿਮਰਤਾ ਵਿੱਚ ਰਹਿ ਕੇ ਘਾਲ ਕਮਾਈ ਕੀਤੀ ਹੈ। ਫਿਰ ਇਹਦੇ ਨਾਲ ਇਹ ਨਹੀਂ ਕੋਈ ਹੰਕਾਰ ਆਇਆ। ਜੇ ਆਪਾਂ ਕੋਈ ਮਤਲਬ ਸੇਵਾ ਕਰਦੇ ਹਾਂ ਤੇ ਉਹ ਚਾਹੇ ਕਿਸੇ ਨੂੰ ਦਾਨ ਦਿੰਦੇ ਜਾਂ ਹੋਰ ਕਿਸੇ ਕਿਸਮ ਦੀ ਸੇਵਾ ਕਰਦੇ, ਜੇ ਆਪਣੇ ਮਨ ਦੇ ਵਿੱਚ ਇਹ ਆ ਜਾਂਦਾ ਕਿ ਅਸੀਂ ਇਹ ਸੇਵਾ ਕੀਤੀ ਹੈ, ਉਹਨੇ ਫਲ ਜਾਂਦੀ ਹੈ ਉਹ, ਹੈ ਨਾ। ਤੇ ਗੁਰੂ ਅੰਗਦ ਦੇਵ ਤਾਂ ਪੂਰੀ ਆਪਣੀ ਮਤਲਬ ਸ਼ਰਧਾ ਭਾਵ ਦੇ ਨਾਲ, ਨਿਮਰਤਾ ਦੇ ਨਾਲ ਉਹਨੂੰ ਮਤਲਬ ਸੇਵਾ ਉਹ ਕਰਦੇ ਨੇ। ਤੇ ਜਿਹੜੇ ਗੁਰੂ ਪੁੱਤਰ ਨੇ ਉਹਨਾਂ ਦੇ ਵਿੱਚ ਇੱਕ ਕਿਸਮ ਦਾ ਹੰਕਾਰ ਵੀ ਹੈ ਵੀ ਅਸੀਂ ਗੁਰੂ ਦੇ ਪੁੱਤਰ ਹਾਂ, ਹੈ ਨਾ, ਗੁਰੂ ਨਾਨਕ ਦੇ ਪੁੱਤਰ ਹਾਂ। ਸਾਡਾ ਤਾਂ ਇਹ ਵੈਸੇ ਹੀ ਇੱਕ ਪਾਸੇ ਇਹ ਹੰਕਾਰ ਆ ਕਿ ਅਸੀਂ ਉਸ ਵੱਡੇ ਨਾਂ ਵਾਲੇ ਗੁਰੂ ਦੇ ਪੁੱਤਰ ਹਾਂ, ਦੂਜੇ ਪਾਸੇ ਉਹਨਾਂ ਦੇ ਹੁਕਮ ਨੂੰ ਅਦੂਲਦੇ ਵੀ ਨੇ। ਹਾਂ, ਫਿਰ ਜਿਹੜਾ ਇਦਾਂ ਸੇਵਾ ਕਰਦਾ ਮਨੁੱਖ, ਜਿਹੜਾ ਇਸ ਤਰ੍ਹਾਂ ਨਾਮ ਦਾ ਸਿਮਰਨ ਕਰਦਾ ਗੁਰੂ ਦੀ ਸੇਵਾ, ਉਹ ਕੁਦਰਤੀ ਹੈ ਵੀ ਉਹਦੇ ਵਿੱਚ ਰੱਬੀ ਨੂਰ ਵੀ ਆਉਂਦਾ, ਉਹਦੇ ਵਿੱਚ ਹਲੀਮੀ ਵੀ ਆਉਂਦੀ ਹੈ, ਸਾਰਾ ਕੁਝ ਆਉਂਦਾ ਉਹ। ਉਸ ਤੋਂ ਅੱਗੇ ਫਿਰ ਉਹ ਮਾਤਾ ਖੀਵੀ ਜੀ ਦੀ ਵੀ ਗੱਲ ਕਰਦਾ, ਬਲਵੰਡ। ਅੱਛਾ ਜੀ। ਬਲਵੰਡ ਖੀਵੀ ਨੇਕਜਨ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਘਿਆਲੀ, ਗੁਰਸਿੱਖਾਂ ਕੇ ਮੁਖੁਜਲੇ ਮਨ ਮੁਕਤੀਏ ਪਰਾਲੀ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦਾਂ ਘਾਲੀ, ਮਾਤਾ ਖੀਵੀ 100 ਸੋਏ ਜਿਨ ਗੋਏ ਉਠਾਲੀ। ਹੁਣ ਕਿੰਨੀ ਵੱਡੀ ਗੱਲ ਇਹ ਇੱਥੇ ਕਹਿੰਦਾ ਬਲਵੰਡ ਕਿ ਮਾਤਾ ਖੀਵੀ ਹੈ ਜਿਹੜੀ
ਉਹ ਵੀ ਉਹਦੀ ਛਾਂ ਹੈ ਜਿਹੜੀ, ਜਾਂ ਜਿਹੜਾ ਸਿੱਖਾਂ ਨੂੰ ਉਹਦਾ ਆਸਰਾ ਹੈ, ਉਹ ਇੱਕ ਮਤਲਬ ਜਿਵੇਂ ਜਿਹੜੀ ਹੁੰਦੀ ਹੈ ਨਾ ਇੱਕ ਛੱਤ ਬਣੀ ਹੋਈ ਹੈ ਸਿੱਖਾਂ ਦੇ ਸਿਰ ਦੇ ਉੱਤੇ, ਹੈ ਨਾ। ਹਾਂ, ਫਿਰ ਇੱਕ ਪਾਸੇ ਗੁਰੂ ਮਹਾਰਾਜ ਤਾਂ ਸ਼ਬਦ ਦਾ ਉਹ ਲੰਗਰ ਲਾਉਂਦੇ ਨੇ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਘਿਆਲੀ। ਜਿਹੜੀ ਮਾਤਾ ਖੀਵੀ ਜੀ ਲੰਗਰ ਦਾ ਸਾਰਾ ਪ੍ਰਬੰਧ ਆਪ ਕਰਦੇ ਆ, ਲੰਗਰ ਵੀ ਸਵਾਦ ਬਣਦਾ, ਉੱਥੇ ਘਿਓ ਦੀ ਖੀਰ ਹੈ ਜਿਹੜੀ ਉਹ ਬਣਾਈ ਜਾਂਦੀ ਹੈ ਮਤਲਬ। ਤੇ ਗੁਰਸਿੱਖਾਂ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਹੁਣ ਜਿਹੜੇ ਗੁਰੂ ਵੱਲ ਮੁੱਖ ਕਰਕੇ ਚੱਲਦੇ ਨੇ, ਜਿਹੜੇ ਗੁਰਮੁਖ ਨੇ, ਅਨਸਾਰੀ ਹੋ ਕੇ ਚੱਲਦੇ ਨੇ, ਉਹ ਕੁਦਰਤੀ ਉਹਨਾਂ ਦੇ ਮੁਖ ਉਜਲੇ ਨੇ, ਤੇ ਜਿਹੜੇ ਬੇਮੁਖ ਹੋ ਕੇ ਚੱਲਦੇ ਨੇ ਉਹ ਤਾਂ ਫਿਰ ਇਸੇ ਕਿਸਮ ਦਾ ਉਹਨਾਂ ਦਾ ਹਾਲ ਹੋਣਾ। ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦਾਂ ਘਾਲੀ, ਕਿਉਂਕਿ ਗੁਰੂ ਅੰਗਦ ਸਾਹਿਬ ਨੇ ਮਰਦਾਂ ਵਾਲੀ ਘਾਲ ਘਾਲੀ, ਉਹਨਾਂ ਨੇ ਮਿਹਨਤ ਕੀਤੀ, ਉਹਨਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਇਸ ਕਰਕੇ ਕਬੂਲ ਪਏ ਉਹ ਗੁਰੂ ਨਾਨਕ ਦੇ ਕੋਲ। ਜੇ ਉਹ ਵੀ ਹੁਕਮ ਅਦੂਲੀ ਕਰਦੇ ਫਿਰ ਕਬੂਲ ਕਿੱਦਾਂ ਪੈਣਾ ਸੀ। ਫਿਰ ਉਹ ਕਹਿੰਦੇ ਵੀ ਮਾਤਾ ਖੀਵੀ ਦਾ ਸਵਾਮੀ ਜਾਂ ਪਤੀ ਕਹਿ ਲਓ, ਉਹ ਗੁਰੂ ਹੈ ਜਿਹਨੇ ਗੋਏ ਉਠਾਲੀ ਦਾ ਮਤਲਬ ਹੈ ਕਿ ਦੁਨੀਆ ਦਾ ਭਲਾ ਕੀਤਾ, ਧਰਤੀ ਦਾ ਭਾਰ ਹੈ ਜਿਹੜਾ ਉਹ ਚੁੱਕਿਆ ਹੋਇਆ ਹੈ ਇਸ ਜ਼ਮਾਨੇ ਦੇ ਵਿੱਚ। ਇਹ ਇੱਥੇ ਹੁਣ ਉਹ ਕਹਿੰਦਾ ਨਾ ਵੀ ਬਲਵੰਡ ਆਪਣਾ ਨਾਮ ਕਹਿੰਦਾ ਬਲਵੰਡ ਖੀਵੀ ਨੇਕ ਜਨ। ਇੱਥੋਂ ਪਤਾ ਲੱਗਦਾ ਕਿ ਇਹ ਜਿਹੜੀਆਂ ਪੌੜੀਆਂ ਨੇ ਇਹ ਬਲਵੰਡ ਨੇ ਇਹ ਰਚੀਆਂ ਨੇ, ਹੈ ਨਾ। ਤੇ ਇਹ ਲਿਖੀਆਂ ਵੀ ਮੇਰੇ ਖਿਆਲ ਬਾਅਦ ਚ ਗਈਆਂ ਜਦੋਂ ਮਾਤਾ ਖੀਵੀ ਰੀ ਲੰਗਰ ਚਲਾ ਰਹੇ ਹੋਣਗੇ, ਉਸ ਤੋਂ ਬਾਅਦ ਦਾ ਵਰਤਾਂਤ ਹੈ। ਹਾਂ, ਇਹ ਮਤਲਬ ਇਹਨੇ ਹੁਣ ਮਾਤਾ ਖੀਵੀ, ਕਿਉਂਕਿ ਉੱਤੇ ਜਿੰਨਾ ਅਸੀਂ ਗੱਲ ਕੀਤੀ ਆ ਗੁਰੂ ਸਾਹਿਬ ਦੀ, ਗੁਰੂ ਅੰਗਦ ਦੇਵ ਸਾਹਿਬ ਨੂੰ ਗੱਦੀ ਦੇਣ ਦਾ ਵਿਖਿਆਨ ਆਇਆ, ਪਰ ਜਿਹੜਾ ਬਾਅਦ ਚ ਲੰਗਰ ਦੀ ਪ੍ਰਥਾ ਦੀ ਗੱਲ ਜਾਂ ਜਿਹੜੀ ਗੁਰੂ ਘਰਾਂ ਦੀ, ਉਹ ਉੱਥੇ ਮਾਤਾ ਖੀਵੀ ਦਾ ਜ਼ਿਕਰ ਆਉਂਦਾ ਵੀ ਲੰਗਰ ਦੀ ਸੰਭਾਲ ਮਾਤਾ ਖੀਵੀ ਕਰ ਰਹੇ ਨੇ, ਹਨਾ। ਕਿਉਂਕਿ ਗੁਰੂ ਘਰ ਦੇ ਵਿੱਚ ਇਸਤਰੀ ਤੇ ਪੁਰਸ਼ ਦੇ ਵਿੱਚ ਕੋਈ ਇਸ ਕਿਸਮ ਦੇ ਨਾਲ ਫਰਕ ਨਹੀਂ ਰੱਖਿਆ ਗਿਆ, ਉਹਨਾਂ ਨੂੰ ਐਜ਼ ਏ ਹਿਊਮਨ ਬੀਇੰਗ ਹੀ ਟਰੀਟ ਕੀਤਾ ਜਾਂਦਾ। ਜੇ ਗੁਰੂ ਆਪਣਾ ਮਤਲਬ ਸ਼ਬਦ ਦਾ ਲੰਗਰ ਚਲਾ ਰਹੇ ਨੇ ਜਾਂ ਉਸ ਪਾਸੇ ਨੂੰ ਸੰਭਾਲ ਰਹੇ ਨੇ ਅਧਿਆਤਮਿਕ ਸਾਈਡ ਨੂੰ, ਤਾਂ ਜਿਹੜੀ ਭੁੱਖ ਨੂੰ ਸਰਚਾਉਣ ਵਾਲੀ ਹੈ, ਭੁੱਖੇ ਨੂੰ ਪ੍ਰਸ਼ਾਦਾ ਛਕਾਉਣ ਵਾਲੀ ਹੈ, ਉਹ ਮਾਤਾ ਖੀਵੀ ਜੀ ਸੰਭਾਲ ਰਹੇ ਨੇ, ਹੈ ਨਾ। ਤੇ ਇੱਥੇ ਆ ਕੇ ਇਹ ਬਲਵੰਡ ਦੀਆਂ 3 ਪੌੜੀਆਂ ਨੇ ਜਿਹੜੀਆਂ ਉਹ ਸਮਾਪਤ ਹੋ ਜਾਂਦੀਆਂ ਨੇ। ਅੱਛਾ ਡਾਕਟਰ ਸਾਹਿਬ, ਜਿਹੜੀ ਪਹਿਲੀ ਪੌੜੀ ਸੀ ਪੜ੍ਹੀ ਤੁਸੀਂ ਜਦੋਂ, ਹਾਂਜੀ, ਉਹਦੀ ਜਿਹੜੀ ਭਾਸ਼ਾ ਆ ਤੇ ਜਿਹੜੀਆਂ ਦੂਜੀਆਂ ਅੱਗੇ ਅੱਗੇ ਆਸਾਨ ਹੁੰਦੀ ਜਾਂਦੀ ਜਾਂ ਮੈਨੂੰ ਸਮਝ ਆਉਣ ਲੱਗ ਗਈ। ਜਿਹੜੀ ਪਹਿਲੀ ਦੇ ਵਿੱਚ ਸੀ ਮੈਨੂੰ ਥੋੜੇ ਸ਼ਬਦ ਕੁਦਰਤੀ ਉਹ ਥੋੜਾ ਜਿਹਾ ਫਰਕ ਹੈ ਨਾ, ਉੱਥੇ ਥੋੜਾ ਸਿਧਾਂਤੀਕਰਨ ਕੀਤਾ ਹੋਇਆ ਹੈ ਉਹਨਾਂ ਨੇ। ਪਹਿਲੇ ਸ਼ਬਦ ਜਿਹੜੇ ਸੀ ਮੈਨੂੰ ਕਾਫੀ ਟਫ ਲੱਗੇ ਕਿ ਉਹਨਾਂ ਦਾ, ਹਾਂਜੀ, ਤੇ ਜਿਉਂ ਅੱਗੇ ਜਾ ਕੇ ਹੁਣ ਜਿੱਦਾਂ ਮਾਤਾ ਖੀਵੀ ਦਾ ਜ਼ਿਕਰ ਆਇਆ ਜਾਂ ਆਸਾਨ ਹੋ ਜਾਂਦਾ ਹੈ, ਤੇ ਬੜਾ ਆਸਾਨ, ਹਾਂਜੀ, ਵਰਤਾਂਤ ਆਸਾਨ ਹੈ ਜਿਹੜਾ ਉਹ ਆਸਾਨ ਹੋ ਜਾਂਦਾ ਹੈ। ਹੁਣ ਆਪਾਂ ਦੇਖਾਂਗੇ ਜਿਹੜਾ ਈਵਨ ਸਤੇ ਦਾ ਹੈ ਉਹ ਇਸ ਤੋਂ ਵੀ ਥੋੜਾ ਲੈਂਗੁਏਜ ਹੈ ਜਿਹੜੀ ਉਹ ਸੌਖੀ ਹੋ ਜਾਂਦੀ ਹੈ ਨਾ। ਇਸ ਤੋਂ ਅੱਗੇ ਫਿਰ ਆਉਂਦਾ ਹੁਣ ਇਹ ਤੋਂ ਪਤਾ ਲੱਗਦਾ ਕਿ ਹੁਣ ਸਤੇ ਦਾ ਸ਼ੁਰੂ ਹੋ ਜਾਂਦਾ ਹੈ ਆਪਣਾ ਮਤਲਬ ਤਿੰਨ ਪੌੜੀਆਂ ਜਿਹੜੀਆਂ ਬਲਵੰਡ ਜੀ ਦੀਆਂ ਨੇ, ਤੇ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ 5 ਪੌੜੀਆਂ ਸ਼ਾਇਦ ਸਤੇ ਦੀਆਂ ਨੇ, 8 ਪੌੜੀਆਂ ਨੇ ਟੋਟਲ 8 ਪੌੜੀਆਂ ਨੇ, ਹੈ। ਅੱਛਾ, ਪੌੜੀ ਦੀ ਪ੍ਰਥਾ, ਪੌੜੀ ਚ ਕਿੰਨੇ ਸਤਰਾਂ ਜਾਂ ਕਿਸ ਤਰ੍ਹਾਂ ਇਸ ਤਰ੍ਹਾਂ ਦਾ ਕੁਝ ਜ਼ਿਕਰ ਹੁੰਦਾ? ਨਹੀਂ, ਇਹ ਬੰਨਿਆ ਹੋਇਆ ਨਹੀਂ ਹੁੰਦਾ, ਸਿਰਫ ਅਸ਼ਟਪਦੀ ਦੇ ਵਿੱਚ ਹੁੰਦਾ ਹੈ ਕਿ ਮਤਲਬ 8 ਪਦੀਆਂ ਦੀ ਇੱਕ ਪਦੀ ਹੁੰਦੀ ਹੈ, ਹੈ ਨਾ। ਅਸ਼ਟਪਦੀ ਹੈ ਜਿਹੜੀ ਉਹ ਵੀ ਤੇ ਪੌੜੀ ਦਾ ਲੈਂਥ ਵੱਡੀ ਛੋਟੀ ਹੋ ਸਕਦੀ ਹੈ। ਇਹ ਵੱਡੀ ਛੋਟੀ ਹੋ ਸਕਦੀ ਹੈ। ਇਹ ਤਾਂ ਇਹਦੇ ਵਿੱਚ ਵੀ ਹੈ ਇੱਥੇ ਇਸ ਤਰ੍ਹਾਂ, ਜਿਵੇਂ ਹੁਣ ਪਹਿਲੀ ਪੌੜੀ ਹੈ ਜਿਹੜੀ ਇਹਦੇ ਆਪਣੇ ਹੈਗੇ ਸੀ ਬਲਵੰਡ ਦੀ ਜਿਹੜੀ ਆਪਾਂ ਪੜ੍ਹੀ ਹੋਣੀ, ਉਹਦੇ ਮੈਂ ਗਿਣ ਰਹੀ ਸੀ ਵੀ ਪੰਕਤੀਆਂ ਦਾ ਫਰਕ ਹੈਗਾ। ਹਾਂ, ਇਹਦੇ ਵਿੱਚ ਹੈਗੀਆਂ ਸੀ ਇਹ ਹੈਗੀਆਂ ਨੇ 8 ਮੇਰੇ ਖਿਆਲ ਬਣ 8 ਨੇ, ਤੇ ਅੱਗੇ ਜਾ ਕੇ ਥੋੜੀਆਂ ਵਧੀਆਂ ਵੀ ਹੋਈਆਂ ਨੇ। ਅੱਛਾ, ਮਤਲਬ ਚਲੋ ਇਹ ਸਿਧਾਂਤ ਕੋਈ ਫਿਕਸ ਨਹੀਂ ਆ ਕਿ ਪੌੜੀ ਦੀਆਂ ਇੰਨੀਆਂ 17 ਜਾਂ ਇੰਨੇ ਪਦੇ ਹੋਣੇ ਜ਼ਰੂਰੀ ਆ। ਬਿਲਕੁਲ ਬਿਲਕੁਲ, ਹਾਂਜੀ, ਠੀਕ ਹੈ। ਤੇ ਹੁਣ ਫਿਰ ਆਪਣਾ ਮਤਲਬ ਅੱਗੋਂ ਫਿਰ ਸ਼ੁਰੂ ਹੋ ਜਾਂਦਾ ਸਤੇ ਦਾ। ਜਿਹੜਾ ਭਾਈ ਸਤਾ ਹੈ ਉਹ ਵੀ ਆਪਣਾ ਗੁਰੂ ਨਾਨਕ ਸਾਹਿਬ ਦੇ, ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਤੋਂ ਉਹ ਸ਼ੁਰੂ ਕਰਦਾ ਹੈ। ਉਹਨੇ ਵੀ ਉਹੀ ਜ਼ਿਕਰ ਕੀਤਾ ਤੇ ਉਹ ਮੇਰੇ ਖਿਆਲ ਇੱਥੇ ਆ ਕੇ ਫਿਰ ਉਹਨਾਂ ਦਾ ਸ਼ੁਰੂ ਹੁੰਦਾ ਜੀ। ਹਾਂਜੀ, ਇੱਥੇ ਫਿਰ ਉਹ ਜਿਹੜਾ ਹੈਗਾ ਨਾ ਭਾਈ ਸਤਾ, ਉਹ ਇਹ ਵੀ ਦੱਸਦਾ ਕਿ ਬਾਬੇ ਫੇਰੂ ਦੇ ਪੁੱਤਰ ਨੇ। ਫੇਰੂ ਗੁਰੂ ਅੰਗਦ ਦੇਵ ਦੇ ਪਿਤਾ ਦਾ ਨਾਮ ਹੈ, ਹਨਾ। ਅੱਛਾ ਜੀ। ਹਾਂ, ਵੀ ਉਹਨਾਂ ਨੇ ਫੇਰ ਆ ਕੇ ਉਹਨੂੰ ਫੇਰੂਆਣ ਵਸਾ ਲਿਆ ਉੱਥੇ ਖਡੂਰ ਨੂੰ।
ਫੇਰ ਵਸਾਇਆ ਫੇਰ ਵਾਣ ਸਤਿਗੁਰ ਖਡੂਰ, ਵੀ ਦੁਬਾਰਾ ਆ ਕੇ ਉਹਨਾਂ ਨੇ ਖਡੂਰ ਨੂੰ ਭਾਗ ਲਾਏ, ਖਡੂਰ ਵਸਾ ਲਿਆ ਗੁਰੂ ਅੰਗਦ ਦੇਵ ਨੇ। ਜਪ ਤਪ ਸੰਜਮ ਨਾਲ ਤੁਧ ਮੁਚ ਗਰੂਰ, ਲੱਭ ਬਿਨਾਹੇ ਮਾਨਸਾ ਜਿਉ ਪਾਣੀ ਬੂਰ। ਉਹ ਕਹਿੰਦਾ ਜਿਹੜਾ ਲਾਲਚ ਹੈ ਇਹ ਮਨੁੱਖ ਨੂੰ ਇਸ ਤਰ੍ਹਾਂ ਬਰਬਾਦ ਕਰ ਦਿੰਦਾ ਜਿਸ ਤਰ੍ਹਾਂ ਬੂਰ ਹੈ ਜਿਹੜਾ ਉਹ ਪਾਣੀ ਨੂੰ ਖਰਾਬ ਕਰ ਦਿੰਦਾ। ਇਹ ਭਾਈ ਸਦਾ ਕਹਿ ਰਿਹਾ ਹੈ ਵੀ ਦੇਖੋ ਇਹ ਵੀ ਕਿੱਡੀ ਵੱਡੀ ਵਿਡੰਬਨਾ ਹੈ ਕਿ ਉਹ ਜਿਹੜੀ ਗੱਲ ਕਹਿ ਰਹੇ ਆ ਤੇ ਜਿਹੜੇ ਸਾਡੇ ਸਾਖੀਕਾਰ ਉਹਨਾਂ ਨਾਲ ਸਾਖੀ ਜੋੜਦੇ ਇੱਕ ਦੂਜੇ ਦੇ ਉਲਟ ਗੱਲ ਹੈ। ਉਹਨਾਂ ਦੀ ਬਾਣੀ 'ਚ ਜਾਂ ਉਹਨਾਂ ਦੇ ਸ਼ਬਦ ਵਿੱਚ ਤੇ ਆ ਕਿ ਲਾਲਚ ਨਹੀਂ ਕਰਨਾ, ਪਰ ਜਿਹੜੇ ਸਾਡੇ ਸਾਖੀਕਾਰ ਨੇ ਉਹ ਕਹਿੰਦੇ ਆ ਕਿ ਉਹ ਲਾਲਚ ਵਸ ਹੋ ਕੇ ਵਿਆਹ ਦੇ ਵੀ ਫੇਰ ਉਹ ਗੱਲ ਕਰਦੇ ਨੇ। ਉਹ ਤਾਂ ਕਹਿੰਦਾ ਲੱਭ ਬਿਨਾਹੇ ਮਾਨਸਾ ਜਿਉ ਪਾਣੀ ਬੂਰ, ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਜਿਹੜੀ ਗੁਰੂ ਦੀ ਦਰਗਾਹ ਉੱਥੇ ਤਾਂ ਕੁਦਰਤ ਵੱਲੋਂ ਨੂਰ ਵਸਦਾ, ਕਿਉਂਕਿ ਉੱਥੇ ਨਾਮ ਦਾ ਸਿਮਰਨ ਹੁੰਦਾ। ਜਿਤ ਸੁਹਾਤ ਨਾ ਲੱਭੇ ਤੂੰ ਉਹ ਠਰੂਰ, ਨੌ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। 9 ਨਿਧਾਂ ਮੰਨੀਆਂ ਜਾਂਦੀਆਂ, 9 ਖਜ਼ਾਨੇ। ਉਹ ਕਹਿੰਦਾ ਗੁਰੂ ਦਾ ਨਾਮ ਹੈ ਜਿਹੜਾ ਪਰਮਾਤਮਾ ਦਾ ਨਾਮ ਹੈ ਉਹੀ 9 ਨਿਧਾਂ ਨੇ, ਤੇ ਗੁਰੂ ਹੈ ਜਿਹੜਾ ਉਹ ਇਹਦੇ ਨਾਲ ਭਰਪੂਰ ਹੈ। ਇਹ 9 ਖਜ਼ਾਨੇ ਨੇ ਉਹਦੇ ਕੋਲ ਨਾਮ ਦੇ ਰੂਪ ਦੇ ਵਿੱਚ। ਨਿੰਦਾ ਤੇਰੀ ਜੋ ਕਰੇ ਸੋ ਵੰਝੈ ਚੂਰ। ਜਿਹੜਾ ਗੁਰੂ ਦੀ ਨਿੰਦਿਆ ਕਰਦਾ ਉਹ ਤਾਂ ਮਤਲਬ ਫਿਰ ਤਬਾਹ ਹੋ ਹੀ ਜਾਂਦਾ। ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਆਮ ਜਿਹੜੀ ਦੁਨੀਆ ਹੈ ਉਹਨਾਂ ਨੂੰ ਸਿਰਫ ਨੇੜੇ ਦੀ ਗੱਲ ਦਿਸਦੀ ਹੈ ਜਾਂ ਨੇੜੇ ਦੀ ਸੋਝੀ ਹੁੰਦੀ ਹੈ, ਨੇੜੇ ਦੀ ਸੁਝਦੀ ਹੈ, ਪਰ ਗੁਰੂ ਹੈ ਜਿਹੜਾ ਉਹਦੀ ਦੂਰ ਦ੍ਰਿਸ਼ਟੀ ਹੈ। ਉਹਨੂੰ ਅਗਾਂਹ ਕੀ ਹੋਣਾ ਜਾਂ ਹੋਣ ਵਾਲਾ ਜਾਂ ਹੋਣਾ ਚਾਹੀਦਾ ਉਹ ਵੀ ਉਹਨੂੰ ਪਤਾ ਲੱਗਦਾ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਵੀ ਸਤਿਗੁਰੂ ਨੇ ਫੇਰ ਆ ਕੇ ਦੁਬਾਰਾ ਜਿਹੜਾ ਹੈਗਾ ਖਡੂਰ ਸਾਹਿਬ ਨੂੰ ਭਾਗ ਲਾ ਦਿੱਤਾ। ਫਿਰ ਉਹ ਅਗਲੀ ਪੌੜੀ ਦੇ ਵਿੱਚ ਦੱਸਦਾ ਵੀ ਉਹੀ ਤਿਲਕ ਹੈ, ਉਹੀ ਦੀਵਾਨ ਹੈ, ਉਹੀ ਤਖਤ ਹੈ, ਤੇ ਜੋਤ ਵੀ ਉਹ ਹੈ, ਗੁਰੂ ਜੁਗਤ ਵੀ ਉਹੀ ਹੈ। ਇਹ ਸਤਾ ਦੁਆਰਾ ਆਪਣਾ ਮਤਲਬ ਉਹ ਕਰਦਾ, ਕਿਉਂਕਿ ਅੱਗੋਂ ਉਹਦੀਆਂ ਪੌੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਉਹੀ ਗੁਰੂ ਬੈਠਾ ਤੇ ਉਸੇ ਸ਼ਬਦ ਦਾ ਪ੍ਰਚਾਰ ਕਰ ਰਿਹਾ। ਸਿਰਫ ਸਰੀਰ ਹੈ ਜਿਹੜਾ ਉਹ ਬਦਲਿਆ। ਬੜਾ ਬਿਊਟੀਫੁਲ ਉਹਨੇ ਲਿਖਿਆ, ਸੋ ਟਿੱਕਾ ਸੋ ਬਹਿਣਾ ਸੋਈ ਦੀ ਬਾਣ। ਮਤਲਬ ਤਖਤ ਵੀ ਉਹੀ ਹੈ, ਟਿੱਕਾ ਵੀ ਉਹੀ ਹੈ, ਤੇ ਦਰਬਾਰ ਵੀ ਉਹੀ ਸਜਿਆ ਹੋਇਆ। ਪਿਉ ਦਾਦੇ ਜੇ ਰਿਹਾ ਪੋਤਾ ਪ੍ਰਵਾਨ। ਹੁਣ ਪੋਤਾ ਦੱਸੋ ਇੱਥੇ ਕੌਣ ਹੈ? ਪੋਤਾ ਨਹੀਂ, ਗੁਰੂ ਅਮਰਦਾਸ ਜੀ ਹੈ ਨਾ। ਵੀ ਜਿਸ ਤਰ੍ਹਾਂ ਦਾ ਪਿਓ ਸੀ ਗੁਰੂ ਅੰਗਦ, ਜਿਸ ਤਰ੍ਹਾਂ ਦਾ ਦਾਦਾ ਸੀ ਗੁਰੂ ਨਾਨਕ, ਉਸੇ ਕਿਸਮ ਦਾ ਗੁਰੂ ਅਮਰਦਾਸ ਸੀ ਜਿਹੜਾ ਉਹਨਾਂ ਦਾ ਪੁੱਤ ਹੈ ਉਹ ਹੈ। ਜਿਨ ਬਾਸਕ ਨੇਤਰਾ ਘੱਤਿਆ ਕਰ ਨੇਹੀ ਤਾਣ। ਉਹ ਇੱਕ ਮਿੱਥ ਬਣਿਆ ਹੋਇਆ ਨਾ ਕਿ ਦੇਵਤਿਆਂ ਨੇ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀਗਾ, ਬਾਸਕ ਨਾਗ ਦਾ ਨੇਤਰਾ ਬਣਾਇਆ ਸੀ ਤੇ ਉਹਦੇ ਵਿੱਚੋਂ 14 ਰਤਨ ਕੱਢੇ ਸੀ। ਆਹ ਕਾਂ ਵਗੈਰਾ ਵਗੈਰਾ ਰੈਫਰੈਂਸ ਉਹਦਾ ਦਿੰਦੇ ਆ। ਹਾਂਜੀ ਕਰਦੇ ਆ। ਤੇ ਇਹ ਕਹਿੰਦਾ ਵੀ ਉਹਨਾਂ ਨੇ ਆਪਣੇ ਮਨ ਨੂੰ ਉਹ ਨੇਤਰਾ ਬਣਾਇਆ। ਬਾਸਕ ਨਾਗ ਜਿਹੜਾ ਨੇਤਰਾ ਸੀ ਉਹ ਆਪਣੇ ਮਨ ਨੂੰ ਬਣਾਇਆ, ਮਨ ਨੂੰ ਬਸ ਦੇ ਵਿੱਚ ਕੀਤਾ ਤੇ ਸਮੁੰਦਰ ਵਰੋਲਿਆ। ਤੇ ਸਮੁੰਦਰ ਵਰੋਲ ਕੇ ਵਿੱਚੋਂ ਕੀ ਕੱਢਿਆ? 14 ਰਤਨ ਨਿਕਾਲੀਆਂ ਕੀਤੋਂ ਚਾਨਣ। ਇਹ 14 ਰਤਨ ਨੇ ਜਿਹੜੇ ਕਿ ਇਹ ਗਿਆਨ ਹੈ ਜਿਹਦੇ ਨਾਲ ਇਹ ਸੰਸਾਰ ਹਨੇਰੇ ਸੰਸਾਰ ਦੇ ਵਿੱਚ ਉਹਨਾਂ ਨੇ ਚਾਨਣਾ ਕੀਤਾ। ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਨ। ਘੋੜਾ ਕਿਹਨੂੰ ਬਣਾਇਆ? ਸਹਿਜ ਸੰਜਮ ਹੈ ਜਿਹੜਾ, ਉਹਨੂੰ ਆਪਣਾ ਘੋੜਾ ਬਣਾਇਆ। ਤੇ ਜਤ ਹੈ ਜਿਹੜਾ ਉਹਨੂੰ ਪਲਾਨ ਬਣਾਇਆ। ਕਿ ਕਾਠੀ ਨੂੰ ਕਹਿੰਦੇ ਆ ਪਲਾਨ, ਜਿਹੜੀ ਉੱਤੇ ਪਾਈ ਦੀ ਹੈ ਹਨਾ। ਤੇ ਵੀ ਉਹ ਜਤ ਦੇ ਨਾਲ ਕਿਉਂਕਿ ਵਿਕਾਰਾਂ ਤੋਂ ਮਨ ਨੂੰ ਹੈ ਜਿਹੜਾ ਉਹ ਹੋੜਿਆ ਜਾ ਸਕੇ। ਧਨਕ ਚੜਾਇਓ ਸੱਤ ਦਾ ਜਸ ਹੰਦਾ ਬਾਣ। ਪਰਮਾਤਮਾ ਦੀ ਜਿਹੜੀ ਪ੍ਰੇਜ਼ ਕਰਨੀ ਹੈ ਉਹ ਤਾਂ ਬਾਣ ਹੈ ਜਿਹੜਾ ਚਲਾਈਦਾ ਹੁੰਦਾ ਹੈ ਨਾ। ਤੇ ਧੁਨਕ ਕਾਹਦਾ? ਉਹ ਸੱਤ ਦਾ। ਕੱਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ। ਇਹ ਕਲਯੁਗ ਹੈ ਜਿਹੜਾ ਸਮਾਂ, ਇਹਦੇ ਵਿੱਚ ਜਿਹੜਾ ਅਗਿਆਨ ਦਾ ਅੰਧੇਰਾ ਫੈਲਿਆ ਹੋਇਆ। ਗੁਰਬਾਣੀ ਦੇ ਵਿੱਚ ਨਾ ਗਿਆਨ ਨੂੰ ਚਾਨਣ ਕਿਹਾ ਤੇ ਅਗਿਆਨ ਨੂੰ ਹਨੇਰਾ ਕਿਹਾ ਹੈ। ਤੇ ਸੱਤੋ ਖੇਤ ਜਮਾਇਓ ਸੱਤੋ ਛਾਵਣ, ਵੀ ਸੱਤ ਤੋਂ ਤੂੰ ਖੇਤ ਦੇ ਵਿੱਚ ਬੀਜ ਬੀਜਿਆ ਤੇ ਉਸੇ ਦਾ ਜਿਹੜੀ ਹੈਗਾ ਫਿਰ ਅੱਗੋਂ ਮਤਲਬ ਫਸਲ ਲਈ ਹੈ। ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ। ਤੇਰੀ ਰਸੋਈ ਦੇ ਵਿੱਚ ਹਰ ਰੋਜ਼ ਗੁਰੂ ਅਮਰਦਾਸ ਨੂੰ ਕਹਿ ਰਹੇ ਨੇ, ਇਹਦੇ ਵਿੱਚ ਹਰ ਰੋਜ਼ ਘਿਓ ਮੈਦਾ ਤੇ ਖੰਡ ਹੈ ਜਿਹੜੀ, ਇਹ ਜਿਹੜੀਆਂ ਉੱਤਮ ਚੀਜ਼ਾਂ ਨੇ ਉਹ ਵਰਤੀਆਂ ਜਾਂਦੀਆਂ ਤੇਰੇ ਲੰਗਰ ਵਿੱਚ। ਆਪਾਂ ਮੰਨਦੇ ਹਾਂ ਨਾ ਕਿ ਗੁਰੂ ਅਮਰਦਾਸ ਭਾਵੇਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਵੇਲੇ ਤੋਂ ਹੀ ਲੰਗਰ ਦੀ ਸੰਸਥਾ ਚੱਲੀ ਆਉਂਦੀ ਸੀ, ਪਰ ਗੁਰੂ ਅਮਰਦਾਸ ਨੇ ਉਹਨੂੰ ਹੋਰ ਬਹੁਤ ਸਟਰੋਂਗ ਕੀਤਾ। ਉਹਨਾਂ ਨੇ ਤਾਂ ਇਹ ਹੁਕਮ ਹੀ ਕਰਤਾ ਨਾ ਕਿ ਪਹਿਲੇ ਪੰਗਤ ਪਾਛੇ ਸੰਗਤ। ਪਹਿਲਾਂ ਤੁਸੀਂ ਪੰਗਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ। ਹੁਣ ਇਹ ਸਾਰੀ ਜਿਹੜੀ ਊਚ ਨੀਚ ਹੰਕਾਰ ਜੋ ਵੀ ਹੈ ਇਹਨੂੰ ਸਾਰੇ ਨੂੰ ਮਿਟਾਉਣ ਦੇ ਲਈ ਜਾਂ ਮਨੁੱਖ ਨੂੰ ਇੱਕ ਹਲੀਮ ਦੇ ਤੌਰ ਤੇ ਆਪਣੇ ਗੁਰ ਭਾਈਆਂ ਦੇ ਨਾਲ ਬੈਠ ਕੇ ਪ੍ਰਸ਼ਾਦਾ ਛਕਣ ਦੇ ਲਈ ਊਚ ਨੀਚ ਨੂੰ ਖਤਮ ਕਰਕੇ ਤਾਂ ਇਹ ਉਹ ਕੀਤੀ ਸੀਗੀ, ਪਰੰਪਰਾ ਬਣਾਈ ਸੀ। ਲੰਗਰ ਸਿਰਫ ਇਹੀ ਨਹੀਂ ਹੈ ਕਿ ਭੁੱਖੇ ਨੂੰ ਰੋਟੀ ਦੇਣ ਲਈ ਹੈ, ਇਹ ਇੱਕ ਸਿਧਾਂਤ ਹੈ ਜਿਹੜਾ ਉਹਨੂੰ ਵੀ ਅਮਲ ਦੇ ਵਿੱਚ ਲਿਆਉਣਾ। ਬਰਾਬਰੀ ਦਾ ਜਿਹੜਾ ਮਨੁੱਖੀ ਬਰਾਬਰੀ ਦਾ ਸਿਧਾਂਤ ਹੈ, ਕਿਉਂਕਿ ਸਭ ਤੋਂ ਵੱਧ ਸੁੱਚਮ ਹੈ ਜਿਹੜੀ ਜੋ ਅਸੀਂ ਟ੍ਰੈਡੀਸ਼ਨਲ ਪੜ੍ਹਦੇ ਆਉਂਦੇ ਹਾਂ ਜਾਂ ਚਲੀ ਆਉਂਦੀ ਸੀ ਸਾਡੇ ਸਮਾਜ ਦੇ ਵਿੱਚ
ਜਿਹਨੂੰ ਆਪਾਂ ਹਿੰਦੂ ਸਮਾਜ ਵੀ ਕਹਿ ਲਈਏ, ਉੱਥੇ ਸਭ ਤੋਂ ਵੱਧ ਸੁੱਚਮ ਹੈ ਜਿਹੜੀ ਉਹ ਰਸੋਈ ਦੀ ਮੰਨੀ ਜਾਂਦੀ ਹੈ। ਤੁਸੀਂ ਦੇਖੋ ਵੀ ਰਸੋਈ ਦੇ ਬ੍ਰਾਹਮਣ ਦੀ ਰਸੋਈ ਦੇ ਵਿੱਚ ਗੈਰ ਬ੍ਰਾਹਮਣ ਵੜ ਨਹੀਂ ਸਕਦਾ, ਉੱਥੇ ਐਂਟਰ ਨਹੀਂ ਕਰ ਸਕਦਾ, ਹੈ ਨਾ। ਡਾਕਟਰ ਸਾਹਿਬ ਉਹ ਅੱਜ ਤੱਕ ਵੀ, ਮੈਂ ਪਿਛਲੇ ਦਿਨੀ ਮਤਲਬ ਸਾਡੇ ਜਿਹੜੇ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕ ਹੈ ਉਹ ਬਹੁਤ ਕਹਿੰਦੇ ਆ ਕਿ ਸਮਤਾ ਦੀ ਗੱਲ ਅਸੀਂ ਕਰਦੇ ਹਾਂ, ਬਰਾਬਰੀ ਦੀ ਕਰਦੇ ਹਾਂ। ਤੇ ਇੱਥੇ ਮੰਗਤ ਰਾਮ ਪਾਸਲਾ ਜੀ ਆਏ, ਉਹਨਾਂ ਨੇ ਇੱਕ ਜ਼ਿਕਰ ਕੀਤਾ ਸਾਡੇ ਨਾਲ ਇੱਥੇ ਗੱਲਬਾਤ ਦੇ ਦੌਰਾਨ ਕਿ ਇੱਕ ਐਜੀਟੇਸ਼ਨ ਚੱਲ ਰਹੀ ਸੀਗੀ ਤੇ ਉੱਥੇ ਉਹ ਲੰਬੀ ਹੋ ਗਈ। ਕਿਸੇ ਫੈਕਟਰੀ ਦੇ ਮਜ਼ਦੂਰ ਸੀਗੇ, ਮਾਲਵੇ ਦੀ ਕੋਈ ਗੱਲ ਦੱਸ ਰਹੇ ਸੀਗੇ, ਕੋਈ ਪਿਛਲੀ 20 ਸਾਲ ਪੁਰਾਣੀ, 15 ਸਾਲ, ਤੇ ਕਹਿੰਦੇ ਕਿ ਉੱਥੇ ਜਿਹੜੀ ਲੀਡਰਸ਼ਿਪ ਉਹਨਾਂ ਸੋਚਿਆ ਕਿ ਜਿਹੜੇ ਵਰਕਰ ਨੇ ਇਹਨਾਂ ਕੋਲ ਤੇ ਖਾਣੇ ਦਾ ਪ੍ਰਬੰਧ ਵੀ ਨਹੀਂ, ਤੇ ਅਸੀਂ ਕੁਝ ਫੰਡ ਇਕੱਠਾ ਕਰਕੇ ਤੇ ਇੱਕ ਲੰਗਰ ਉੱਥੇ ਕਰਤਾ ਵੀ ਇੱਕ ਟਾਈਮ ਸਭ ਨੂੰ ਲੰਗਰ ਮਿਲੂਗਾ, ਸਾਰੇ ਪਰਿਵਾਰ ਤੁਹਾਡੇ ਇੱਥੇ ਖਾ ਸਕਦੇ ਆ। ਉਹਨਾਂ ਨੂੰ ਪਤਾ ਸੀ ਕਿ ਗਰੀਬੀ ਆ। ਕਹਿੰਦੇ ਕਿ 4-5 ਦਿਨ ਚੱਲਿਆ ਤੇ ਕੁਝ ਲੋਕ ਉਹਨਾਂ ਚੋਂ ਆਏ ਜਿਹੜੇ ਵਰਕਰ ਸੀ ਉਹਨਾਂ ਦੇ, ਉਹ ਲੀਡਰ ਜਿਹੜੇ ਸੀ ਉਹਨਾਂ ਨੂੰ ਕਹਿੰਦੇ ਜੀ ਬਹੁਤ ਅੱਛਾ ਐਜੀਟੇਸ਼ਨ ਚੱਲ ਰਹੀ ਆ, ਬਹੁਤ ਵਧੀਆ ਖਾਣਾ ਮਿਲ ਰਿਹਾ, ਲੰਗਰ ਚੱਲ ਰਿਹਾ, ਪਰ ਅਸੀਂ ਕੁਝ ਬੇਨਤੀਆਂ ਕਰਨੀਆਂ। ਤੇ ਉਹ ਵੱਡੇ ਆਗੂ ਜਿਹੜੇ ਸੀ ਉਹਨਾਂ ਨੂੰ ਕਹਿੰਦੇ, ਉਹ ਆ ਕੇ ਮੰਗਤ ਰਾਮ ਕਹਿੰਦੇ ਮੈਂ ਤੇ ਉਦੋਂ ਛੋਟੇ ਲੈਵਲ ਦੇ ਲੀਡਰ ਸੀਗਾ, ਤੇ ਉਹ ਕਹਿਣ ਲੱਗੇ ਵੀ ਕੀ ਤੁਹਾਡੀ ਕੋਈ ਇੱਛਾ ਦੱਸੋ ਸਾਨੂੰ। ਕਹਿੰਦੇ ਜੀ ਸਾਡੀ ਇੱਛਾ ਆ ਕਿ ਅਸੀਂ ਬ੍ਰਾਹਮਣ ਆ, ਉੱਚੀ ਜਾਤ ਦੇ ਲੋਕ ਆ, ਅਸੀਂ ਆ ਬਾਕੀਆਂ ਨਾਲ, ਹਾਲਾਂ ਉਹ ਸਾਰੇ ਮਜ਼ਦੂਰ ਨੇ, ਇਹਨਾਂ ਨਾਲ ਬਹਿ ਕੇ ਖਾਣਾ ਨਹੀਂ ਖਾ ਸਕਦੇ, ਸਾਨੂੰ ਸੁੱਕੀ ਰਸ ਦੇ ਦਿਆ ਕਰੋ, ਅਸੀਂ ਆਪਣੇ ਘਰਾਂ 'ਚ ਬਣਾ ਲਾਂਗੇ, ਉਂਝ ਤੁਸੀਂ ਚੰਗਾ ਕਰ ਰਹੇ ਹੋ। ਜਾਨੀ ਕਿ ਸਾਡੇ ਦਿਮਾਗਾਂ 'ਚੋਂ ਇੱਕ ਮਾਰਕਸਵਾਦੀ ਸੋਚ ਵਾਲੇ ਬੰਦੇ ਦੇ ਦਿਮਾਗਾਂ 'ਚੋਂ ਵੀ ਉਹ ਚੀਜ਼ ਨਹੀਂ ਨਿਕਲ ਸਕੀ ਜਿਹੜੀ ਗੁਰੂ ਸਾਹਿਬ ਨੇ ਇੰਨੇ ਸਾਲ ਪਹਿਲਾਂ ਕੱਢੀ ਹੋਈ ਆ। ਗੁਰੂ ਨੇ ਇੰਨੇ ਚਾਰੇ ਕੁੰਡਾਂ ਸੂਝਿਓ ਸਮਾਨ ਮੈਂ ਸ਼ਬਦ ਪ੍ਰਵਾਨ ਆਵਾ ਗਾਉਣ ਨਿਵਾਰਿਓ ਕਰ ਨਜ਼ਰ ਨਿਸ਼ਾਨ। ਵੀ ਇਹ ਜਿਹੜਾ ਸ਼ਬਦ ਹੈ ਇਹਦੇ ਰਾਹੀਆਂ ਨੇ ਜਿਹੜੀਆਂ ਤੂੰ ਇਹ ਮਤਲਬ ਚਾਰੇ ਕੁੰਡਾਂ ਸਾਰੇ ਮੰਨੀ ਜਾਂਦੀਆਂ ਨਾ ਵਰਲਡ ਦੀਆਂ, ਤੇ ਇਹਨਾਂ ਨੂੰ ਤੂੰ ਤਾਰ ਦਿੱਤਾ ਸ਼ਬਦ ਦੇ ਰਾਹੀਂ, ਤੂੰ ਆਪਣਾ ਮਤਲਬ ਸਾਰੀ ਜਿਹੜੀ ਹੈਗੀ ਆ ਇਹਨਾਂ ਨੂੰ ਨਿਵਾਰਿਆ। ਔਤਰਿਆ ਅਵਤਾਰ ਲੈ ਸੋ ਪੁਰਖ ਸਜਾਨ। ਹੁਣ ਇੱਥੇ ਉਹ ਬੜੀ ਵੱਡੀ ਗੱਲ ਕਹਿੰਦਾ, ਉਹ ਇਹ ਉਹਦੀ ਸ਼ਰਧਾ ਕਿ ਉਹ ਕਹਿੰਦਾ ਵੀ ਉਹ ਮੰਨਦਾ ਕਿ ਗੁਰੂ ਅਮਰਦਾਸ ਦੇ ਰੂਪ ਦੇ ਵਿੱਚ ਆਪ ਅਕਾਲ ਪੁਰਖ ਹੈ ਜਿਹੜਾ ਉਹ ਇਸ ਧਰਤੀ ਦੇ ਉੱਤੇ ਉਤਰਿਆ। ਝੱਖੜ ਵਾਲ ਨਾ ਡੋਲੇ ਪਰਬਤ ਮੇਰਾਨ, ਤੇ ਉਹ ਵੀ ਸੁਮੇਰ ਪਰਬਤ ਦੀ ਤਰ੍ਹਾਂ ਸਟਰੋਂਗ ਹੈ ਗੁਰੂ ਅਮਰਦਾਸ। ਉਹਨੂੰ ਕੋਈ ਕਿਸੇ ਕਿਸਮ ਦੀ ਜਿਹੜੇ ਹੈਗੇ ਨਾ ਝੱਖੜ ਝੋਲੇ ਨੇ ਜਿਹੜੇ ਜਾਂ ਮਤਲਬ ਇੱਦਾਂ ਦੀਆਂ ਕਹਿ ਲਓ ਦੁਨਿਆਵੀ ਗੱਲਾਂ ਨੇ, ਉਹ ਉਹਨਾਂ ਨੂੰ ਹਟਾ ਨਹੀਂ ਸਕਦੀਆਂ ਉੱਥੋਂ ਆਪਣੇ ਉਸ ਤੋਂ। ਜਾਣਾ ਬਿਰਥਾ ਜੀ ਕੀ ਜਾਣੀ ਹੂੰ ਜਾਣ। ਉਹ ਸਾਰੇ ਮਨਾਂ ਦੇ ਜਿਹੜੇ ਦੁੱਖ ਨੇ, ਬੰਦੇ ਦੇ ਦੁੱਖ ਕੀ ਨੇ, ਉਹਨਾਂ ਨੂੰ ਗੁਰੂ ਜਾਣੀ ਜਾਣਦੇ, ਉਹ ਜਾਣਦੇ ਨੇ ਉਸ ਨੂੰ। ਕਿਆ ਸਲਾਹੀ ਸੱਚੇ ਪਾਤਸ਼ਾਹ ਜਾ ਤੂੰ ਸੁਗੜ ਸਜਾਣ। ਕਹਿੰਦਾ ਮੈਂ ਤੇਰੀ ਕੀ ਸਿਫਤ ਕਰ ਸਕਦਾ, ਹੈ ਨਾ, ਵੀ ਤੂੰ ਤਾਂ ਆਪ ਹੀ ਐਡੀ ਵੱਡੀ ਚੀਜ਼ ਹੈ। ਦਾਨ ਜੇ ਸਤਿਗੁਰ ਭਾਵਸੀ ਸੋ ਸੱਤੇ ਦਾਨ। ਕਹਿੰਦਾ ਜਿਹੜਾ ਸਤਿਗੁਰੂ ਨੂੰ ਭਾਉਂਦਾ ਉਹ ਮੇਰੇ ਲਈ ਇਨਦਾਨ ਹੈ। ਸਤੇ ਨੂੰ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ। ਇਹ ਹੁਣ ਪਿਓ ਦਾਦੇ ਜੇ ਵੇਹਾ ਪੋਤਾ ਪ੍ਰਵਾਨ, ਕਿੱਡੀ ਵੱਡੀ ਗੱਲ ਹੈ ਇਹ ਕਹੀ ਹੋਈ ਹੈ। ਤੇ ਅਸੀਂ ਉਹ ਇੰਨਾ ਵੱਡਾ ਸਿਧਾਂਤੀਕਰਨ ਕਰਦੇ। ਮੈਂ ਤਾਂ ਇਹ ਵੀ ਪੜ੍ਹ ਰਹੀ ਸੀ ਕਿ ਭਾਈ ਗੁਰਦਾਸ ਨੇ ਵੀ ਮਤਲਬ ਜਿਹੜਾ ਉਹਨਾਂ ਨੇ ਵੀ ਇਹੀ ਸਿਧਾਂਤ ਦਿੱਤਾ ਹੈ, ਬਾਰ-ਬਾਰ ਜ਼ਿਕਰ ਕੀਤਾ ਭਾਈ ਗੁਰਦਾਸ ਨੇ। ਤੇ ਉਹਨਾਂ ਨੇ ਵੀ ਜਿਵੇਂ ਇਹਦੇ ਤੇ ਹੀ ਬੇਸਡ ਹੋਵੇ ਉਹਨਾਂ ਦੀ ਵੀ ਜਿਹੜੀ ਹੈਗੀ ਹੈ ਸਾਰੀ ਵਿਚਾਰਧਾਰਾ। ਫਿਰ ਅੱਗੇ ਹੁਣ ਗੁਰੂ ਅਮਰਦਾਸ ਦਾ ਹੋ ਗਿਆ, ਅੱਗੇ ਹੁਣ ਗੁਰੂ ਰਾਮਦਾਸ ਬਾਰੇ ਚੱਲਦਾ ਸਤਾ। ਉਹ ਕਹਿੰਦਾ ਧੰਨ ਧੰਨ ਰਾਮਦਾਸ ਗੁਰੂ ਜੀ ਨੇ ਸਿਰਿਆ ਤੈਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰਨੇ ਨਮਸਕਾਰਿਆ, ਅਟਲ ਅਤਾ ਅਤੋਲ ਤੂੰ ਤੇਰਾ ਅੰਮ੍ਰਿਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲਾਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਪਰ ਵਾਰਿਆ। ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲੈਣਾ ਤੂੰ ਹੈ ਗੁਰੂ ਅਮਰ ਤੂੰ ਵਿਚਾਰਿਆ। ਗੁਰੂ ਡਿੱਠਾ ਤਾਂ ਮਨ ਸੁਧਾਰਿਆ। ਦੇਖੋ ਕਿੰਨੀ ਵੱਡੀ ਗੱਲ ਕਹੀ ਹੈ ਵੀ ਤੂੰ ਨਾਨਕ ਵੀ ਤੂੰ ਆ, ਲੈਣਾ ਵੀ ਤੂੰ ਆ, ਸਾਰਾ ਕੁਝ ਮਤਲਬ ਜੋ ਦੇਖਿਆ ਤੇ ਤੂੰ ਇਸ ਸੰਸਾਰ ਨੂੰ ਚਾਨਣ ਦਿੱਤਾ। ਮਤਲਬ ਪਰਿਵਾਰਾਂ ਸਮੇਤ ਲੋਕਾਂ ਨੂੰ ਉਤਾਰਿਆ, ਉਹਨਾਂ ਨੇ ਮਨਾਂ ਵਿੱਚੋਂ ਵਿਕਾਰ ਨੇ ਜਿਹੜੇ ਉਹ ਦੂਰ ਕੀਤੇ ਨੇ। ਫਿਰ ਅੱਗੇ ਹੁਣ ਗੁਰੂ ਅਰਜਨ ਦੇਵ ਪਾਤਸ਼ਾਹ ਆ ਜਾਂਦੇ ਨੇ। ਸਤਾ ਉਹਨਾਂ ਬਾਰੇ ਕਹਿੰਦਾ ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ। ਪਹਿਲਾਂ ਚਾਰੇ ਗੁਰੂ ਹੋ ਗਏ ਨੇ, ਹੁਣ ਪੰਚਾਇਣ ਜਿਹੜਾ ਪੰਜਵਾਂ ਗੁਰੂ ਹੈ ਉਹ ਵੀ ਆਪੇ ਹੋਇਆ। ਆਪੀਨਾ ਆਪ ਸਾਜਿਓਨ ਆਪੇ ਹੀ ਥੰਮ ਕਥੋਆ, ਆਪੇ ਪੱਟੀ ਕਲਮਾ ਆਪ ਲਿਖਣ ਹਾਰਾ ਹੋਆ। ਇਹ ਗੁਰੂ ਨਾਨਕ ਨੇ ਤਾਂ ਪਰਮਾਤਮਾ ਬਾਰੇ ਇੱਕ ਥਾਂ ਦੇ ਉੱਤੇ ਕਿਹਾ ਹੋਇਆ ਹੈ ਨਾ। ਤੇ ਇਹ ਸਤਾ ਜਿਹੜਾ ਹੈਗਾ ਉਹ ਗੁਰੂਆਂ ਬਾਰੇ, ਪੰਜਵੇਂ ਗੁਰੂ ਪਾਤਸ਼ਾਹ ਬਾਰੇ ਕਹਿ ਰਿਹਾ ਕਿ ਤੂੰ ਹੀ ਆਪ ਹੀ ਹੈ ਸਭ ਕੁਛ। ਸਭ ਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ। ਵੀ ਜਿਹੜੀ ਸੰਸਾਰ ਹੈ ਇਹ ਤਾਂ ਆਉਣੀ ਜਾਣੀ ਹੈ, ਤੇ ਗੁਰੂ ਹੈ ਜਿਹੜਾ ਉਹ ਹਮੇਸ਼ਾ ਹੀ ਨਵਾਂ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ, ਉਗਮਣ ਤੈ
अथवणमो चौ चक्की कियन लोआ, जिनी गुरु न सेव्यो मन मुखा पाया मोआ, दूनी चौनी करामात सच्चे का सच्चा ढोआ, चारे जागे चौं जुगी पंचायन आपे होआ। ते पंजवें गुरु ने ਜਿਹੜੇ ਉਹ ਵੀ ਮਤਲਬ ਉਹ ਚੌਥੇ ਗੁਰੂਆਂ ਦੀ ਤਰ੍ਹਾਂ ਆਪਣੇ ਆਪ ਤੋਂ ਹੀ ਨੇ। ਤੇ ਉਹ ਕਹਿੰਦਾ ਵੀ ਸ਼ਾਮ ਸਵੇਰੇ ਹਰ ਥਾਂ ਜਿਹੜੀ ਹੈਗੀ ਹੈ ਤੂੰ ਉਹ ਗਿਆਨ ਦਾ ਚਾਨਣ ਹੈ ਜਿਹੜਾ ਉਹ ਵੰਡ ਦਿੱਤਾ ਹੋਇਆ ਦੁਨੀਆ ਨੂੰ। ਜਿਨ੍ਹਾਂ ਨੇ ਗੁਰੂ ਨੂੰ ਸੇਵਿਆ ਉਹਨਾਂ ਨੇ ਪ੍ਰਾਪਤੀਆਂ ਕੀਤੀਆਂ ਨੇ, ਜਿਹੜੇ ਗੁਰੂ ਤੋਂ ਮਨਮੁਖ ਹੋਏ ਨੇ ਉਹ ਮਤਲਬ ਸਮਝ ਲਓ ਵੀ ਇੱਕ ਤਰ੍ਹਾਂ ਦੇ ਨਾਲ ਮਰ ਜਾਣ ਵਰਗੀ ਗੱਲ ਹੁੰਦੀ ਹੈ। ਤੇ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ, ਇਹ ਇੱਕ ਤਰ੍ਹਾਂ ਦੀ ਕਰਾਮਾਤ ਹੀ ਹੈ। ਇਹ ਗੁਰੂ ਦਾ ਮਤਲਬ ਆਪਣੇ ਚੇਲੇ ਨੂੰ ਚੁਣਨਾ ਤੇ ਅੱਗੋਂ ਨੂੰ ਕਸਵੱਟੀ। ਤੇ ਹੁਣ ਜੇ ਕੋਈ ਇਹ ਆਬਜੈਕਸ਼ਨ ਕਰ ਸਕਦਾ ਵੀ ਪੰਜਵੇਂ ਗੁਰੂ ਪਾਤਸ਼ਾਹ ਤਾਂ ਗੁਰੂ ਰਾਮਦਾਸ ਦੇ ਪੁੱਤਰ ਸੀ, ਪਰ ਤੁਸੀਂ ਦੇਖੋ ਵੀ ਉਹ ਸਾਰਿਆਂ ਤੋਂ ਛੋਟੇ ਪੁੱਤਰ ਨੇ। ਜੇ ਹੁਣ ਉਹ ਇਨਹੈਰੀਟੈਂਸ ਦੇ ਹਿਸਾਬ ਨਾਲ ਚੱਲਣਾ ਹੁੰਦਾ ਫਿਰ ਤਾਂ ਮਤਲਬ ਪਿਰਥੀਆ ਨੇ ਗੁਰਗੱਦੀ ਤੇ ਹੋਣਾ ਸੀ, ਹੈ ਨਾ। ਪਰ ਗੁਰੂ ਅਰਜਨ ਦੇਵ ਉਹ ਕੁਆਲੀਫਾਈ ਕਰਦੇ ਨੇ ਸਭ ਤੋਂ ਛੋਟੇ ਹੋਣ ਦੇ ਬਾਵਜੂਦ। ਉਹਨਾਂ ਦੇ ਵਿੱਚ ਉਹ ਸਾਰੀਆਂ ਪੋਟੈਂਸ਼ੀਅਲਿਟੀਜ਼ ਹੈਗੀਆਂ ਨੇ ਗੁਰੂ ਹੋਣ ਵਾਲੀਆਂ, ਇਸੇ ਕਰਕੇ ਗੁਰੂ ਰਾਮਦਾਸ। ਵੈਸੇ ਡਾਕਟਰ ਸਾਹਿਬ ਮੈਂ ਜਿੰਨਾ ਤੁਸੀਂ ਹੁਣ ਜਿਹੜੀ ਉਹਨਾਂ ਦੀ ਬਾਣੀ ਜਿਹੜੀ ਆ ਜਾਂ ਜਿਹੜੀਆਂ ਉਹਨਾਂ ਦੀਆਂ ਪੌੜੀਆਂ ਪੜ੍ਹੀਆਂ ਨੇ, ਮੈਂ ਅੱਜ ਤੱਕ ਜਿੱਦਾਂ ਸੁਣਦਾ ਆਇਆ ਸੀ ਕਿ ਉਹ ਭੰਡ ਨੇ ਤੇ ਗੁਰੂ ਦੀ ਉਸਤਤ ਹੀ ਕੀਤੀ ਆ। ਮੈਨੂੰ ਤਾਂ ਲੱਗਦਾ ਹੈ ਕਿ ਉਸਤਤ ਨਾਲੋਂ ਜ਼ਿਆਦਾ ਗੁਰ ਫਲਸਫੀ ਦਾ ਵਿਖਿਆਨ ਹੈ ਜਿਹੜਾ ਉਹਨਾਂ ਸਿਧਾਂਤ ਗੁਰੂ ਬਾਬੇ ਨੇ ਸਾਨੂੰ ਦਿੱਤਾ ਉਹਦੀ ਵਿਆਖਿਆ ਕੀਤੀ ਹੋਈ ਹੈ। ਹਾਂਜੀ, ਕਿਤੇ ਵੀ ਮੈਨੂੰ ਇਦਾਂ ਨਹੀਂ ਲੱਗਿਆ ਕਿ ਕੋਈ ਇਸ ਤਰ੍ਹਾਂ ਦੀ ਕਿਸੇ ਇੱਕ ਵਿਅਕਤੀਵਾਦ ਨੂੰ ਉਭਾਰਿਆ ਹੋਵੇ ਜਾਂ ਗੁਰੂ ਦੀ ਇਸ ਤਰ੍ਹਾਂ ਦੀ ਪ੍ਰੇਜ਼ ਕੀਤੀ ਹੋਵੇ ਜਿਹੜੀ ਸਾਨੂੰ ਕਿਤੇ ਅਟਪਟੀ ਲੱਗੀ ਹੋਵੇ ਜਾਂ ਲੱਗਿਆ ਹੋਵੇ ਵੀ ਇਦਾਂ ਨਹੀਂ ਹੁੰਦਾ। ਮਤਲਬ ਸਾਰਾ ਦਾ ਸਾਰਾ ਜਿਹੜਾ ਫਿਲਾਸਫੀ ਹੈ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰੂ ਸਾਹਿਬ ਦਾ ਜਿਹੜੇ ਸਿਧਾਂਤ ਨੇ ਉਹਨਾਂ ਦੀ ਇੱਕ ਕਿਸਮ ਦੀ ਵਿਆਖਿਆ ਜਾਂ ਉਹਨਾਂ ਨੇ ਆਪਣੇ ਢੰਗ ਨਾਲ ਉਹਨੂੰ ਪੇਸ਼ ਕੀਤਾ ਆਪਣੇ ਵੇਦ ਦੇ ਵਿੱਚ ਉਹਨਾਂ ਨੇ ਗਾਇਆ ਉਹਨੂੰ। ਹਾਂਜੀ ਹਾਂਜੀ ਹਾਂਜੀ। ਆਪਾਂ ਮਤਲਬ ਹੁਣ ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਆ, ਇਹ ਬੜਾ ਵੱਡਾ ਸਿਧਾਂਤ ਹੈ ਗੁਰਮਤਿ ਦਾ। ਜੀ ਜੀ ਜੀ। ਤੇ ਉਸੇ ਦੀ ਇਹਨਾਂ ਨੇ ਇਹ ਸਾਰੀ ਇਹ ਵਰਡਿੰਗ ਵੀ ਉਹਨਾਂ ਨੇ ਵਰਤੀ ਹੋਈ ਹੈ। ਅਸੀਂ ਸਾਖੀਆਂ ਵਿੱਚ ਤਾਂ ਪੜ੍ਹਦੇ ਹਾਂ ਵੀ ਗੁਰੂ ਨਾਨਕ ਨੇ ਆਪਣੀ ਜੋਤ ਭਾਈ ਲਹਿਣਾ ਜੀ ਦੇ ਵਿੱਚ ਰੱਖੀ, ਪਰ ਜਿੰਨੇ ਬਿਊਟੀਫੁਲ ਢੰਗ ਦੇ ਨਾਲ ਇਹਨਾਂ ਨੇ ਮਤਲਬ ਉਹਨੂੰ ਦੱਸਿਆ ਹੋਇਆ, ਮੈਨੂੰ ਤਾਂ ਹਮੇਸ਼ਾ ਹੀ ਸਤੇ ਤੇ ਬਰਵੰਡ ਦੀ ਵਾਰ ਮੈਨੂੰ ਹਮੇਸ਼ਾ ਬਹੁਤ ਚੰਗੀ ਡਾਕਟਰ ਸਾਹਿਬ। ਦੂਜੀ ਗੱਲ ਮੈਨੂੰ ਇਹ ਵੀ ਲੱਗਦੀ ਹੈ ਕਿ ਇੰਨੇ ਪੰਕਤੀਆਂ ਦੇ ਵਿੱਚੋਂ ਬਹੁਤ ਸਾਰੀਆਂ ਇਹੋ ਜਿਹੀਆਂ ਪੰਕਤੀਆਂ ਨੇ ਜਿਹੜੀਆਂ ਅਸੀਂ ਬਹੁਤ ਸਾਰੇ ਮੌਕਿਆਂ ਤੇ ਹਰ ਰੋਜ਼ ਵਰਤਦੇ ਹਾਂ। ਅਸੀਂ ਗੁਰੂ ਰਾਮਦਾਸ ਵਾਲਾ ਜਿਹੜਾ ਇਹਨਾਂ ਨੇ ਪੋਰਸ਼ਨ ਦਿੱਤਾ ਹੋਇਆ ਉਹ ਆਮ ਹੀ ਈਵਨ ਜਦੋਂ ਆਹ ਹੁਣ ਜੂਨ ਦੇ ਮਹੀਨੇ ਦੇ ਵਿੱਚ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਆਉਂਦਾ, ਹੁਣ ਤਾਂ ਉਹ ਘੱਲੂਘਾਰਾ ਵੀ ਮਨਾਇਆ ਜਾਂਦਾ ਹਫਤਾ, ਤੇ ਉਦੋਂ ਸੁਖਮਨੀ ਸਾਹਿਬ ਦੇ ਪਾਠ ਹਰ ਸ਼ਹਿਰ ਹਰ ਮਹੱਲੇ, ਈਵਨ ਸਾਡੀ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਜਦੋਂ ਮੈਂ ਕੈਂਪਸ ਵਿੱਚ ਰਹਿੰਦੀ ਸੀ ਤਾਂ ਉਦੋਂ ਵੀ ਸੁਖਮਨੀ ਸਾਹਿਬ ਦੇ ਪਾਠ ਕਰਦੇ ਸੀ। ਤੇ ਅਰਬਨ ਸਟੇਟ ਸ਼ਿਫਟ ਕੀਤੇ ਉੱਥੇ ਵੀ ਗੁਰਦੁਆਰਾ ਸਾਹਿਬ 'ਚ ਬੀਬੀਆਂ ਸਾਰੀਆਂ ਇਕੱਠੀਆਂ ਹੋਈਆਂ। ਉੱਥੇ ਸਭ ਤੋਂ ਵੱਧ ਜਦੋਂ ਵੀ ਮਤਲਬ ਕੀਰਤਨ ਕਰਨਾ ਹੁੰਦਾ, ਕੁਛ ਵੀ ਕਰਨਾ, ਸਭ ਤੋਂ ਵੱਧ ਉਹ ਇਹ ਆਪਣਾ ਸਤੇ ਤੇ ਬਲਵੰਡ ਦੀ ਵਾਰ ਦੇ ਵਿੱਚ ਉਹ ਗੁਰੂ ਰਾਮਦਾਸ ਦੇ। ਬਿਲਕੁਲ, ਮੈਂ ਬਹੁਤ ਸਾਰੇ ਥਾਵਾਂ ਤੇ ਦੇਖਦੇ ਆ ਕੁਝ ਜਿੱਦਾਂ ਸਾਡੇ ਸਮਾਗਮਾਂ ਦੇ ਕਾਰਡ ਛਪਦੇ ਆ ਜਾਂ ਕੋਈ ਗੱਲ ਹੁੰਦੀ ਆ ਜਿਹੜੀਆਂ ਕੁਝ ਪੰਕਤੀਆਂ ਉਭਾਰ ਕੇ ਲਿਖੀਆਂ ਜਾਂਦੀਆਂ ਨੇ। ਜਿਹੜਾ ਧੰਨ ਧੰਨ ਰਾਮਦਾਸ ਗੁਰੂ ਆਪੇ ਸਿਰਜਿਆ ਆਪ ਸਵਾਰਿਆ, ਉਹ ਹਮੇਸ਼ਾ ਹੀ ਪੜ੍ਹਦੇ ਹਮੇਸ਼ਾ ਪੜ੍ਹਦੇ ਆ। ਕੱਲੀ ਹੋਈ ਨਹੀਂ ਜੀ, ਹੋਰ ਕਾਫੀ ਸਾਰੀਆਂ ਪੰਕਤੀਆਂ ਮੈਨੂੰ ਲੱਗ ਰਹੀਆਂ ਸੀਗੀਆਂ ਬਹੁਤ ਵਧੀਆ। ਹਾਂਜੀ, ਜਿਹੜੀਆਂ ਸਾਡੀ ਜ਼ੁਬਾਨ ਤੇ ਨੇ, ਸਾਡੀ ਜ਼ੁਬਾਨ ਤੇ ਨੇ, ਸਾਡੇ ਆਮ ਜਿਹੜੀ ਅਸੀਂ ਜ਼ਿੰਦਗੀ ਦਾ ਹਿੱਸਾ ਬਣ ਗਏ, ਰਹਿਤਲ ਦਾ ਹਿੱਸਾ ਬਣ ਗਈਆਂ ਨੇ, ਸਾਡੇ ਰਹਿਤਲ ਦਾ ਹਿੱਸਾ। ਫਿਰ ਇੰਨੇ ਮਹਾਨ ਜਿਹੜੇ ਕਵੀ ਜਾਂ ਇਹ ਭਗਤ ਜਨ ਨੇ ਜਾਤ ਪਾਤ ਨਿਰਖ ਕੇ ਇਸ ਕਿਸਮ ਦੀਆਂ ਗੱਲਾਂ ਕਰਦੀਆਂ। ਮੈਨੂੰ ਇਹ ਵੀ ਜਿਵੇਂ ਭਾਈ ਮਰਦਾਨੇ ਸਵਾਂਝੀ ਮੈਂ ਸੋਚਦੀ ਨਹੀਂ ਵੀ ਉਹ ਕਿੱਡੀ ਵੱਡੀ ਹਸਤੀ ਜਿਹਨੇ ਇੰਨੇ ਵਰੇ ਗੁਰੂ ਸਾਹਿਬ ਦੀ ਸੰਗਤ ਕਰਨ ਦਾ ਮਤਲਬ, ਤੇ ਅਸੀਂ ਕਿੰਨੀ ਡੈਰੋਗੇਟਰੀ ਵੇ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ, ਹਨਾ। ਅਸੀਂ ਤਾਂ ਘੰਟਾ ਕਿ ਗੁਰਦੁਆਰੇ ਜਾ ਕੇ ਸਮਝਦੇ ਕਿ ਬੜਾ ਵੱਡਾ ਕੰਮ ਕਰ ਰਹੇ ਹਾਂ, ਤੇ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਲਾਤੀ, ਜਿਹੜੀ ਬੰਦੇ ਜ਼ਿੰਦਗੀ ਲਾਤੀ ਗੁਰੂ ਦੇ ਚਰਨਾਂ ਤੇ ਨਿਸ਼ਾਵਰੀ ਕਰ ਦਿੱਤਾ ਆਪਣੇ ਆਪ ਨੂੰ। ਹਾਂ, ਤੇ ਮਤਲਬ ਆਪਣੀ ਹੋਂਦ ਖਤਮ ਕਰਕੇ ਗੁਰੂ ਸਾਹਿਬ ਦੇ ਲੜ ਲੱਗ ਜਾਣਾ, ਸਾਰੀ ਉਮਰ ਲਈ ਉਹਨਾਂ ਨੇ ਲੜ ਲੱਗ ਜਾਣਾ। ਤੇ ਉਹ ਵੀ ਕੋਈ ਇਸ ਲਾਲਚ ਨਾਲ ਨਹੀਂ ਕਿ ਇਹਨਾਂ ਕੋਲ ਕੋਈ ਮਹਿਲ ਮਨਾਰੇ ਜਾਂ ਕੋਈ ਵੱਡਾ ਕੰਮ ਲੈਣਾ, ਸਗੋਂ ਉਹ ਘਾਲਣਾ ਹੀ ਘਾਲੀ ਜੋ ਗੁਰੂ ਨਾਨਕ ਨੇ ਘਾਲੀ। ਮਤਲਬ ਇਹ ਸਾਖੀ ਜੋੜੀ ਹੋਈ ਨਾ ਵੀ ਉਹਨਾਂ ਦੀ ਲੜਕੀ ਦਾ ਵਿਆਹ ਸੀ, ਉਹਨਾਂ ਨੇ ਗੁਰੂ ਕੋਲ, ਪਹਿਲੀ ਗੱਲ ਤੇ ਇਹ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੈਗਾ, ਹੈ ਨਾ। ਕੋਈ ਵੀ ਮਤਲਬ ਹੈਗਾ ਉਹਦੀ ਇੱਛਾ ਪੂਰੀ ਹੋ ਸਕਣੀ, ਗੁਰੂ ਦੇ ਵਾਸਤੇ ਕਰ ਸਕਣੀ। ਕੋਈ ਮੇਰੇ ਖਿਆਲ ਚ ਉਹ ਸਾਖੀ ਦਾ ਆਪਾਂ ਜ਼ਿਕਰ ਵੀ ਨਾ ਕਰੀਏ, ਅਸੀਂ ਬਾਣੀ ਦੀ ਗੱਲ ਕਰੀਏ ਤੇ ਬਹੁਤ ਨਹੀਂ ਗੱਲ ਕਰਨੀ ਉਹ ਬਾਣੀ ਦੀ ਚਾਹੀਦੀ। ਹਾਂਜੀ, ਹਮੇਸ਼ਾ ਹੀ ਅਖੀਰ ਚ ਇਹੀ ਕਹਿੰਦੇ ਆ ਜੀ, ਗੁਰੂ ਸਾਹਿਬਾਨ ਨੇ ਤਾਂ ਆਪਣੇ ਵਿਅਕਤੀਤਵ ਬਾਰੇ ਆਪ ਕਦੇ ਉਹਨਾਂ ਨੇ ਆਪਣਾ ਜਿਹੜੀ ਫਿਜ਼ੀਕਲ ਫਾਰਮ ਹੈ ਉਹਨਾਂ ਦੀ ਜਿਹੜਾ ਸਰੀਰਕ ਉਹਨਾਂ ਦੀ ਉਹ ਹੈਗੀ ਉਹਨੂੰ ਕਦੇ ਇੰਪੋਰਟੈਂਸ ਨਹੀਂ ਦਿੱਤੀ ਉਹਨਾਂ ਨੇ। ਤੇ ਉਹਨਾਂ ਨੇ ਹਮੇਸ਼ਾ ਸ਼ਬਦ ਨੂੰ ਇੰਪੋਰਟੈਂਸ ਦਿੱਤੀ ਹੈ। ਸਾਨੂੰ ਗੁਰੂ ਨੇ ਸ਼ਬਦ ਦੇ ਲੜ ਲਾਇਆ
ਤੇ ਉਹ ਸ਼ਬਦ ਦੇ ਅਨੁਸਾਰ ਹੀ ਸਾਨੂੰ ਚੱਲਣਾ ਚਾਹੀਦਾ, ਸਾਨੂੰ ਬਾਣੀ ਤੇ ਹੀ ਧਿਆਨ ਦੇਣਾ ਚਾਹੀਦਾ, ਬਜਾਏ ਇਸ ਦੇ ਕਿ ਆਪਣਾ ਸਤਾ ਤੇ ਬਲਵੰਡ ਕੌਣ ਸੀ, ਕਿੱਥੋਂ ਆਏ, ਭਗਤ ਕਬੀਰ ਕੀ ਸੀਗੇ, ਭਾਈ ਭਗਤ ਰਵਿਦਾਸ ਕੀ ਸੀਗੇ। ਇਹ ਥੋੜ੍ਹੀ ਗੱਲ ਹੈ, ਗੁਰੂ ਮਹਾਰਾਜ ਨੇ ਉਹਨਾਂ ਨੂੰ ਇੰਨੀ ਵੱਡੀ ਦਿੱਤੀ ਆ, ਮਤਲਬ ਸਤਿਕਾਰ ਦਿੱਤਾ ਹੈ ਇਹ। ਜੀ ਡਾਕਟਰ ਸਾਹਿਬ, ਸਮਾਪਣਾ ਵੀ ਹੋ ਗਿਆ ਔਰ ਬਹੁਤ ਵਧੀਆ ਢੰਗ ਨਾਲ ਤੁਸੀਂ ਇਹ ਜਿਹੜੀ ਵਾਰ ਹੈ ਉਹਦੀ ਵਿਆਖਿਆ ਵੀ ਕੀਤੀ ਆ, ਉਹਨਾਂ ਦੇ ਜਿਹੜਾ ਗੁਰੂ ਫਿਲਾਸਫੀ ਦਾ ਜਿਹੜਾ ਉਹਨਾਂ ਨੇ ਵਿਖਿਆਨ ਕੀਤਾ ਉਹਦੇ ਬਾਰੇ ਸਾਨੂੰ ਦੱਸਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।